खेलो इंडिया गेम्स ਜਿਹੜੀਆਂ ਵਾ ਆਲ ਇੰਡੀਆ ਗੇਮਸ ਸੀ ਇਹ ਸੰਪੰਨ ਹੋਈਆਂ ਮੱਧ ਪ੍ਰਦੇਸ਼ ਦੇ ਵਿੱਚ ਇਹ ਹੋਈਆਂ ਨੇ 12 ਦਿਨ ਵਾਸਤੇ ਇਹ ਖੇਡਾਂ ਖੇਡੀਆਂ ਗਈਆਂ ਇਹਨਾਂ 'ਚ 25 ਸਟੇਟਾਂ ਨੇ ਹਿੱਸਾ ਲਿਆ ਸਭ ਤੋਂ ਉੱਤੇ ਅਵਲ ਦਰਜੇ ਤੇ ਰਿਹਾ ਮਹਾਰਾਸ਼ਟਰ ਦੂਜੇ ਨੰਬਰ ਤੇ ਰਿਹਾ ਹਰਿਆਣਾ ਤੀਜੇ ਨੰਬਰ ਤੇ ਮੱਧ ਪ੍ਰਦੇਸ਼ ਜਿੱਥੇ ਇਹ ਖੇਡਾਂ ਹੋਈਆਂ ਪੰਜਾਬ ਕਿੱਥੇ ਸੀ ਪੰਜਾਬ 10ਵੇਂ ਸਥਾਨ ਤੇ ਸੀ पिछले साल दी जिहड़ियां खेडां सन पंजाब 9वें स्थान से सी एरकी 10वें ते आया की वजह वा दावा किया कि हुण पंजाब एक नवीं प्रोग्रेस वाल तुरूगा खेडां वाल और माड़े दिन जिहड़े ने वो खत्म हो गए ने बड़े बड़े वड्डे दावे किए गए बड़े बड़े इश्तिहार दिते गए मुख्यमंत्री दी फोटोआं स्पोर्ट्स मंत्री दी फोटोआं और फिर इन्हां खेडां दे विच इन्ना माड़ा परफॉर्मेंस क्यों कौन जिम्मेवार है ये वास्ते की खेड मंत्री जिम्मेवार ने की खेड विभाग जिम्मेवार है खेड मंत्री ने इस्तीफा देना चाहिए वा ना इन्हां स्पोर्ट्समैन वास्ते कोई इंतजाम किया गया उन्होंने अपने पैसे खर्चे उन्होंने फैडरेशन के पैसे खर्चे और तद उत्थे पहुंचे कोई पंजाब का सीनियर अधिकारी स्पोर्ट्स सैकटरी स्पोर्ट्स मिनिस्टर ये खेडां वेखण वास्ते उत्थे नहीं गया खेड मेले आपां जरूर कराउंदे आ हाँ पर आपां खिडारी तैयार नहीं करते ਹੋਰ ਹੈਗੇ ਕਿ ਪਹਿਲੋਂ ਆਪਾਂ ਖਿਡਾਰੀ ਤਿਆਰ ਕਰੀਏ ਬੱਚੇ ਹੈ ਨਹੀਂ ਕਿ ਬੱਚੇ ਹੈਗੇ ਆ ਲੇਕਿਨ ਉਹਨਾਂ ਬੱਚਿਆਂ ਨੂੰ ਕੋਈ ਕੋਚਿੰਗ ਨਹੀਂ ਉਹਨਾਂ ਨੂੰ ਕੋਈ ਖੁਰਾਕ ਨਹੀਂ ਆ ਕਿਸੇ ਵੀ ਸਰਕਾਰ ਨੇ ਖੇਡਾਂ ਪ੍ਰਤੀ ਕੋਈ ਪੱਕੀ ਨੀਤੀ ਨਹੀਂ ਬਣਾਈ ਆਪੇ ਵੀ ਬੱਚਿਆਂ ਨੂੰ ਛੋਟੀ ਉਮਰ ਤੋਂ ਖੇਡਾਂ ਵੱਲ ਪ੍ਰੇਰਿਤ ਨਹੀਂ ਕਰਦੇ ਪੈਸੇ ਦੀ ਦੌੜ ਨੇ ਫੋਨਾਂ ਨੇ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਕੀਤਾ ਹਾਂਜੀ मैं ना दो गल्लां करूंगा भी पछड़े क्यों ते अगे करन दी लोड़ पहलो पछड़ियां वाले ले लो भी पछड़े जो अज तो किते 70-80 ਦੇ ਦਹਾਕਿਆਂ ਦੀ ਗੱਲ ਕਰੀਏ ਨਾ ਜਾਂ ਇਹ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਇੱਕ ਸਪੋਰਟਸ ਦਾ ਟੀਚਰ ਤੇ ਉੱਥੇ ਇੱਕ ਸਬਜੈਕਟ ਪੜ੍ਹਾਇਆ ਜਾਂਦਾ ਸੀ ਜਿਹਨੂੰ ਆਖਿਆ ਜਾਂਦਾ ਸੀ ਸਿਹਤ ਤੇ ਸਰੀਰਕ ਸਿੱਖਿਆ ਤੇ ਖੇਡਾਂ ਉਦੋਂ ਬਾਅਦ ਜਦੋਂ ਯੁੱਗ ਬਦਲਿਆ ਤਰੱਕੀ ਹੋਈ ਸਕੂਲਾਂ ਦਾ ਸਿੱਖਿਆ ਦਾ ਪ੍ਰਾਈਵੇਟੇਸ਼ਨ ਹੋ ਗਿਆ ਪ੍ਰਾਈਵੇਟ ਸਕੂਲ ਖੁੱਲ ਗਏ ਛੋਟੇ ਛੋਟੇ ਕਮਰਿਆਂ ਛੋਟੀ ਬਿਲਡਿੰਗ ਸਕੂਲ ਖੁੱਲ ਗਏ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਵੀ ਇਹ ਕੋਈ ਸਪੋਰਟਸ ਥੱਲੇ ਬੱਚਿਆਂ ਨੂੰ ਮੋਟੀਵੇਸ਼ਨ ਕਰਦੇ ਆ ਕਿ ਨਹੀਂ ਕਰਦੇ ਮੈਂ ਵੇਖਿਆ ਵੀ ਬਹੁਤੇ ਪ੍ਰਾਈਵੇਟ ਸਕੂਲਾਂ ਕੋਲ ਗਰਾਊਂਡ ਹੀ ਹੈ ਨਹੀਂ +2 ਦੇ ਸਕੂਲ ਆ ਹੁਣ ਜਿਹੜਾ ਬੱਚਾ +2 ਉੱਥੇ ਕਰ ਗਿਆ ਉਹ 20 ਸਾਲ ਦਾ ਪੁੱਜ ਗਿਆ ਉਹਨੂੰ ਅੱਜ 20 ਸਾਲ 'ਚ ਹੋ ਗਏ ਤੁਸੀਂ ਸਪੋਰਟਸ 'ਤੇ ਲਾਓਗੇ ਨਹੀਂ ਲੱਗੇ ਬਿਲਕੁਲ ਸਹੀ ਹੈ ਜੀ ਜਿੱਥੇ ਜਿਹੜੇ ਕੋਚ ਲੱਗੇ ਵੀ ਆ ਮੈਂ ਕੋਈ ਲੇਖ ਪੜ੍ਹ ਰਿਹਾ ਸੀ ਸ਼ਾਇਦ ਬਹੁਤੇ ਕੋਚ ਠੇਕੇ ਤੇ ਲੱਗੇ ਹੋਏ ਆ ਔਰ 10 ਸਾਲਾਂ ਤੋਂ ਉਹਨਾਂ ਦੀ ਤਨਖਾਹ 'ਚ ਵਾਧਾ ਨਹੀਂ ਹੋਇਆ नमस्कार अस्सलाम वालेकुम सत श्री अकाल मैं हाँ कंवर संधू इस वे नॉर्थ अमेरिका है सोमवार की शाम भारत च मंगलवार की सवेर नानकशाही संमत 554 अज फग्गण की 2 तरीक है कल फग्गण की संग्रांद सी और तुसी देख रहे जे तुहाडा अपना शो हैलो ग्लोबल पंजाब जो ग्लोबल पंजाब टीवी ते चैनल पंजाबी ते इस वे लाइव टैलीकास्ट है असीं इस वे ग्लोबल पंजाब टीवी के फेसबुक पेज के उपर भी लाइव हाँ और मेरे निजी फेसबुक पेज उपर भी तुसीं इसनूं देख सकते जे उत्थे इहनूं क्रॉस पोस्ट किया जा रहा OTT प्लेटफॉर्म जियो TV ਤੇ डेली हंट उपर भी इस प्रोग्राम ਨੂੰ ਤੁਸੀਂ देख सकते जे कॉल इन प्रोग्राम है ये कॉल करके ਤੁਸੀਂ हिस्सा भी लै सकते जे और फेसबुक के उपर अपने कॉमेंट्स भी छड्ड सकते जे मैं कॉमेंट्स शो दौरान ਵੱਧ ਤੋਂ ਵੱਧ कॉमेंट्स मैं ਤੁਹਾਡੇ ਨਾਲ ਸਾਂਝੇ ਵੀ ਕਰਦਾ ਵਾਂ ਕੁਝ ਕॉमेंट्स ਅਸੀਂ ਸਕਰੀਨ ਦੇ ਉੱਪਰ TV ਸਕਰੀਨ ਦੇ ਉੱਪਰ ਵੀ ਡਿਸਪਲੇ ਕਰਦੇ ਹਾਂ ਅੱਜ ਆਪਾਂ ਖੇਡਾਂ ਦੀ ਗੱਲ ਕਰਾਂਗੇ 2 ਦਿਨ ਪਹਿਲਾਂ ਜਿਹੜੀਆਂ ਖੇਲੋ ਇੰਡੀਆ ਗੇਮਸ ਜਿਹੜੀਆਂ ਵਾ ਆਲ ਇੰਡੀਆ ਗੇਮਸ ਸੀ ਇਹ ਸੰਪੰਨ ਹੋਈਆਂ ਮੱਧ ਪ੍ਰਦੇਸ਼ ਦੇ ਵਿੱਚ ਇਹ ਹੋਈਆਂ ਨੇ 12 ਦਿਨ ਵਾਸਤੇ ਇਹ ਖੇਡਾਂ ਖੇਡੀਆਂ ਗਈਆਂ ਇਹਨਾਂ 'ਚ 25 ਸਟੇਟਾਂ ਨੇ ਹਿੱਸਾ ਲਿਆ ਅੰਡਰ 18 ਖਿਡਾਰੀਆਂ ਵਾਸਤੇ ਖੇਡਾਂ ਸਨ 5000 ਦੇ ਕਰੀਬ ਟੋਟਲ ਖਿਡਾਰੀ ਸੀ ਜਿਨ੍ਹਾਂ ਨੇ ਇਹਨਾਂ ਦੇ ਵਿੱਚ ਹਿੱਸਾ ਲਿਆ ਔਰ ਸਭ ਤੋਂ ਉੱਤੇ ਅਵਲ ਦਰਜੇ ਤੇ ਰਿਹਾ ਮਹਾਰਾਸ਼ਟਰ ਦੂਜੇ ਨੰਬਰ ਤੇ ਰਿਹਾ ਹਰਿਆਣਾ ਤੀਜੇ ਨੰਬਰ ਤੇ ਮੱਧ ਪ੍ਰਦੇਸ਼ ਜਿੱਥੇ ਇਹ ਖੇਡਾਂ ਹੋਈਆਂ ਪੰਜਾਬ ਕਿੱਥੇ ਸੀ पंजाब 10वें स्थान पर सी पिछले साल दी जिहड़ियां खेडां सन पंजाब 9वें स्थान से सी एरकी 10वें ते आया की वजह वा इस तो पहलों पिछले साल पंजाब ने खेडां वतन दियां आयोजित कीतियां दावा किया कि हुण पंजाब
ਇੱਕ ਨਵੀਂ ਪ੍ਰੋਗਰੈਸ ਵੱਲ ਤੁਰੂਗਾ ਖੇਡਾਂ ਵੱਲ, ਔਰ ਮਾੜੇ ਦਿਨ ਜਿਹੜੇ ਨੇ ਉਹ ਖਤਮ ਹੋ ਗਏ ਨੇ। ਬੜੇ ਵੱਡੇ ਦਾਅਵੇ ਕੀਤੇ ਗਏ। ਕੀ ਉਹ ਸਿਰਫ ਖੋਖਲੇ ਦਾਅਵੇ ਸੀ? ਕੀ ਉਹ ਸਿਰਫ ਇਸ਼ਤਿਹਾਰਬਾਜ਼ੀ ਸੀ? ਕਿਉਂਕਿ ਅਖਬਾਰਾਂ ਦੇ ਪਹਿਲੇ ਪੇਜਿਸ ਤੇ, ਪਹਿਲੇ ਪੰਨਿਆਂ ਦੇ ਉੱਤੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ, ਮੁੱਖ ਮੰਤਰੀ ਦੀਆਂ ਫੋਟੋਆਂ, ਸਪੋਰਟਸ ਮੰਤਰੀ ਦੀਆਂ ਫੋਟੋਆਂ, ਔਰ ਫਿਰ ਇਹਨਾਂ ਖੇਡਾਂ ਦੇ ਵਿੱਚ ਇੰਨਾ ਮਾੜਾ ਪਰਫਾਰਮੈਂਸ ਕਿਉਂ? ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ? ਕੀ ਖੇਡ ਮੰਤਰੀ ਜ਼ਿੰਮੇਵਾਰ ਨੇ? ਕੀ ਖੇਡ ਵਿਭਾਗ ਜ਼ਿੰਮੇਵਾਰ ਆ? ਖੇਡ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਵਾ। ਆਫਟਰ ਆਲ ਕਿਸੇ ਨੂੰ ਤਾਂ ਅਸੀਂ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰਾਂਗੇ ਤਦੇ ਇੰਪਰੂਵਮੈਂਟ ਆਵੇਗੀ। ਬਹੁਤ ਮਾੜਾ ਪਰਫਾਰਮੈਂਸ, ਪਿਛਲੇ ਸਾਲ ਨਾਲੋਂ ਵੀ ਮਾੜਾ ਪਰਫਾਰਮੈਂਸ। ਹਾਲਾਂਕਿ ਅਸੀਂ ਖੇਡਾਂ ਵਤਨ ਦੀਆਂ ਜਿਹੜੀਆਂ ਵਾ ਉਹਨਾਂ 'ਤੇ ਬਹੁਤ ਪੈਸਾ ਲਾਇਆ। ਉਹ ਪੈਸਾ ਬਿਲਕੁਲ ਕਿਸੇ ਨੀਤੀ ਦੇ ਤਹਿਤ ਨਹੀਂ ਲੱਗਾ। ਇੱਕ ਮੇਲਾ ਟਾਈਪ ਇਕੱਠਾ ਕੀਤਾ ਗਿਆ ਸਿਰਫ ਪਬਲਿਸਿਟੀ ਵਾਸਤੇ। ਇਹਨਾਂ ਖੇਡਾਂ ਵਾਸਤੇ ਜਿਹੜੀਆਂ ਨੌਜਵਾਨਾਂ ਦੀਆਂ ਹੁਣੇ ਸੰਪੰਨ ਹੋਈਆਂ ਵਾ, ਖੇਲੋ ਇੰਡੀਆ ਇਹਨਾਂ ਵੱਲੋਂ ਇਹ ਆਯੋਜਿਤ ਕੀਤੀਆਂ ਗਈਆਂ ਵਾ। ਇਹਨਾਂ ਵਾਸਤੇ ਨਾ ਕੋਈ ਤਿਆਰੀ, ਨਾ ਕੋਈ ਕੈਂਪ, ਨਾ ਇਹਨਾਂ ਸਪੋਰਟਸਮੈਨ ਵਾਸਤੇ ਕੋਈ ਇੰਤਜ਼ਾਮ ਕੀਤਾ ਗਿਆ। ਉਹਨਾਂ ਨੇ ਆਪਣੇ ਪੈਸੇ ਖਰਚੇ, ਉਹਨਾਂ ਦੀਆਂ ਫੈਡਰੇਸ਼ਨਸ ਦੇ ਪੈਸੇ ਖਰਚੇ, ਔਰ ਤਦ ਉੱਥੇ ਪਹੁੰਚੇ। ਕੋਈ ਪੰਜਾਬ ਦਾ ਸੀਨੀਅਰ ਅਧਿਕਾਰੀ, ਸਪੋਰਟਸ ਸੈਕਟਰੀ, ਸਪੋਰਟਸ ਮਿਨਿਸਟਰ ਇਹ ਖੇਡਾਂ ਵੇਖਣ ਵਾਸਤੇ ਉੱਥੇ ਨਹੀਂ ਗਿਆ, ਔਰ ਜਿਹੜਾ ਮਾੜਾ ਪਰਫਾਰਮੈਂਸ ਆ ਉਹਦੇ ਕਰਕੇ ਪੰਜਾਬ ਦੀ ਖੇਡ ਨੀਤੀ, ਪੰਜਾਬ ਦੇ ਖੇਡ ਵਿਭਾਗ, ਪੰਜਾਬ ਦੇ ਖੇਡ ਮੰਤਰੀ ਉੱਤੇ ਸਵਾਲ ਉੱਠ ਰਹੇ ਨੇ। ਕੌਣ ਜ਼ਿੰਮੇਵਾਰ ਆ? ਕੀ ਕਰਨ ਦੀ ਲੋੜ ਆ? ਖੇਡ ਨੀਤੀ ਬਣਾਉਣ ਵਾਸਤੇ ਕਿਹਨਾਂ ਦੀ ਮਦਦ ਲੈਣ ਦੀ ਲੋੜ ਆ? ਕੀ ਅਕ੍ਰੋਸ ਪਾਰਟੀਜ਼ ਮਦਦ ਲਈ ਜਾਵੇ? ਜਿਵੇਂ ਕਾਂਗਰਸ ਦੇ ਸਾਬਕਾ MLA ਪ੍ਰਗਟ ਸਿੰਘ, ਕੀ ਇਹੋ ਜਿਹੇ ਖਿਡਾਰੀਆਂ ਦੀ, ਪੁਰਾਣੇ ਜਿਹੜੇ ਖਿਡਾਰੀ ਰਹੇ ਨੇ, ਪ੍ਰਗਟ ਸਿੰਘ ਇੰਡੀਆ ਦੀ ਕਪਤਾਨੀ ਕਰ ਚੁੱਕੇ ਨੇ ਹਾਕੀ ਦੀ, ਕੀ ਉਹਨਾਂ ਦੀ ਮਦਦ ਲੈ ਕੇ ਨਵੀਂ ਨੀਤੀ ਬਣਾਉਣ ਦੀ ਲੋੜ ਆ? ਜਾਂ ਸਿਰਫ ਆ ਪਬਲਿਸਿਟੀ ਨਾਲ ਤੇ ਕੰਮ ਨਹੀਂ ਚੱਲਣਾ? ਤੁਸੀਂ ਵੇਖਿਆ ਹੀ ਆ ਕਿ ਇਹ ਪਬਲਿਸਿਟੀ ਜਿਹੜੀ ਸੀ ਉਹਦਾ ਕੋਈ ਫਾਇਦਾ ਨਹੀਂ ਹੋਇਆ। ਪਿਛਲੇ ਸਾਲ 9ਵੇਂ ਨੰਬਰ ਤੇ, ਐਰਕੀ 10ਵੇਂ ਨੰਬਰ ਤੇ। ਸੋ ਲਗਾਤਾਰ ਉਹੀ ਪੰਜਾਬ ਜਿਹੜਾ ਕਿਸੇ ਵੇਲੇ ਅਵਲ ਦਰਜੇ 'ਤੇ ਸੀ, ਨੰਬਰ 1 ਤੇ ਸੀ, ਉਹੀ ਪੰਜਾਬ ਹੁਣ ਇਸ ਵੇਲੇ ਉੜੀਸਾ, ਰਾਜਸਥਾਨ, ਇਹਨਾਂ ਸਟੇਟਾਂ ਦੇ ਨਾਲ, ਦਿੱਲੀ, ਇਹਨਾਂ ਸਟੇਟਾਂ ਦੇ ਨਾਲ ਇਸ ਵੇਲੇ ਤੁਰਿਆ ਫਿਰਿਆ। ਮੈਨੂੰ ਯਾਦ ਹੈ ਜਦੋਂ ਮੈਂ, ਕਿਉਂਕਿ ਸਪੋਰਟਸ ਕਾਲਜ ਦਾ ਸਟੂਡੈਂਟ ਹਾਂ, ਮੈਂ ਵੀ 3 ਸਾਲ ਲਗਾਤਾਰ ਨੈਸ਼ਨਲਸ ਦੇ ਵਿੱਚ ਹਿੱਸਾ ਲੈਂਦਾ ਰਿਹਾ ਪੰਜਾਬ ਵੱਲੋਂ। ਜੂਨੀਅਰਸ ਵਜੋਂ ਮੈਂ ਜਾਂਦਾ ਰਿਹਾ ਵਾਂ। ਉਦੋਂ ਇਹ ਖੇਲ ਇੰਡੀਆ, ਜਿਹੜੇ ਖੇਲੋ ਇੰਡੀਆ ਤਾਂ ਨਹੀਂ ਸੀ ਉਦੋਂ, ਇਹ ਤਾਂ ਸਿਰਫ ਇਹਨਾਂ ਨੂੰ 5 ਸਾਲ ਹੋਏ ਆ। ਲੇਕਿਨ ਉਦੋਂ ਨੈਸ਼ਨਲਸ ਤੋਂ ਪਹਿਲਾਂ ਕੈਂਪ ਲੱਗਦਾ ਹੁੰਦਾ ਸੀ। PIU 'ਚ ਮੈਨੂੰ ਯਾਦ ਹੈ ਕੈਂਪ ਲੱਗਾ। ਫਿਰ ਆਫ ਸੀਜ਼ਨ ਦੇ ਵਿੱਚ ਕੈਂਪ ਲੱਗਦਾ ਹੁੰਦਾ ਸੀ। ਇੱਕ ਵਾਰੀ ਸਿਮਲੇ ਕੈਂਪ ਲੱਗਾ, ਇੱਕ ਵਾਰੀ ਚੰਡੀਗੜ੍ਹ ਕੈਂਪ ਲੱਗਾ। ਲੇਕਿਨ ਹੁਣ ਕੋਈ ਕੈਂਪ ਨਹੀਂ, ਕੁਛ ਨਹੀਂ। ਪਲੇਅਰ ਭੇਜ ਦਿੱਤੇ ਗਏ ਔਰ ਦੇਖ ਲਓ ਉਹਨਾਂ ਦਾ ਪਰਫਾਰਮੈਂਸ ਕੀ ਆ। ਕੀ ਕਰਨ ਦੀ ਲੋੜ ਆ? ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਬੜੇ ਸੀਰੀਅਸ ਇਸ਼ੂ ਤੇ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਇਹ ਬੜਾ ਚਿੰਤਾਜਨਕ ਇਸ਼ੂ ਆ। ਕਿਉਂਕਿ ਸਾਡੇ ਨੌਜਵਾਨ ਜਿਹੜੇ ਨੇ ਬਾਹਰਲੇ ਮੁਲਕਾਂ ਜਾ ਰਹੇ ਆ, ਨਸ਼ਿਆਂ ਵੱਲ ਪਏ ਹੋਏ ਆ, ਗੈਂਗਸਟਰਸ ਨੂੰ ਜੁਆਇਨ ਕਰ ਰਹੇ ਆ। ਸੋ ਉਹਨਾਂ ਨੂੰ ਖੇਡਾਂ ਵੱਲ ਉਹਨਾਂ ਦਾ ਰੁਝਾਨ ਕਿਵੇਂ ਕੀਤਾ ਜਾਏ? ਵਿਲ ਟੇਕ ਦੀ ਫਸਟ ਕਾਲ। ਹੈਲੋ ਜੀ ਸੁਨੀਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ੀਨਾ ਸਾਹਿਬ। ਹਾਂਜੀ ਸਮਝਾ ਇਸ ਤਰ੍ਹਾਂ ਆ ਕਿ ਆਪਾਂ ਟੂਰਨਾਮੈਂਟ ਜਾਂ ਖੇਡ ਮੇਲੇ ਆਪਾਂ ਜ਼ਰੂਰ ਕਰਾਉਂਦੇ ਆ, ਹਾਂ, ਪਰ ਆਪਾਂ ਖਿਡਾਰੀ ਤਿਆਰ ਨਹੀਂ ਕਰਦੇ। ਠੀਕ ਨੀ ਜੀ, ਲੋੜ ਹੈਗੀ ਕਿ ਪਹਿਲੋਂ ਆਪਾਂ ਖਿਡਾਰੀ ਤਿਆਰ ਕਰੀਏ। ਜਿਹੜੇ ਆਪਣੇ ਪ੍ਰਾਇਮਰੀ ਸਕੂਲ ਹੈ ਉੱਥੋਂ ਅਸੀਂ ਸ਼ੁਰੂ ਕਰੀਏ ਬੱਚਿਆਂ ਨੂੰ ਤਿਆਰ ਕਰਨਾ ਜੀ। ਫਿਰ ਉਸ ਤੋਂ ਬਾਅਦ ਹਾਈ ਸਕੂਲ ਤੇ ਫਿਰ ਕਾਲਜ। ਜੇ ਬੱਚੇ ਅਸੀਂ ਛੋਟੇ ਲੈਵਲ ਤੋਂ ਸ਼ੁਰੂ ਕਰਾਂਗੇ, ਮਤਲਬ ਪ੍ਰਾਇਮਰੀ ਸਕੂਲ ਤੋਂ ਜੀ, ਤਾਂ ਫਿਰ ਉਹ 10ਵੀਂ ਤੱਕ ਜਾਂ ਕਾਲਜ ਜਾਂਦੇ ਤੱਕ ਬਹੁਤ ਹੀ ਚੰਗੇ ਪਲੇਅਰ ਬਣ ਸਕਦੇ ਆ ਜੀ। ਪਰ ਅਸੀਂ ਕਿਸੇ ਵੀ ਖਿਡਾਰੀ ਨੂੰ ਕੋਈ ਖੁਰਾਕ ਨਹੀਂ ਦਿੰਦੇ, ਕਿਸੇ ਖਿਡਾਰੀ ਦਾ ਕੋਈ ਕੋਚਿੰਗ ਨਹੀਂ ਹੁੰਦੀ ਤੇ ਸਿੱਧੇ ਜਿਹੜੇ ਅਸੀਂ ਟੂਰਨਾਮੈਂਟ ਕਰਾ ਲੈਂਦੇ ਆ ਉਹਦੇ ਵਿੱਚ ਠੀਕ ਹੈ ਬੱਚੇ ਜਾ ਕੇ ਸ਼ਾਮਲ ਜ਼ਰੂਰ ਹੋ ਜਾਂਦੇ ਆ, ਲੇਕਿਨ ਉਹ ਆਪਣੀ ਪਰਫਾਰਮੈਂਸ ਨਹੀਂ ਦੇ ਸਕਦੇ। ਜਿਹਦਾ ਕਾਰਨ ਆ ਕਿ ਬੱਚੇ, ਅਸੀਂ ਸਾਡੇ ਪੰਜਾਬ ਦੀ ਜਿਹੜੀ ਖੇਡਾਂ ਵਿੱਚ ਅਸੀਂ ਬਹੁਤ ਪਛੜ ਗਏ ਆ। ਸੋ ਇਹਨਾਂ ਨੂੰ ਚਾਹੀਦਾ ਵਾ ਕਿ ਸਰਕਾਰ ਨੂੰ ਚਾਹੀਦਾ ਆ ਕਿ ਖਾਸ ਕਰਕੇ ਜਿਹੜੇ ਸਪੋਰਟਸ ਮਿਨਿਸਟਰ ਨੇ ਉਹ ਖਾਸ ਧਿਆਨ ਦੇਣ ਔਰ ਕੋਈ ਚੰਗੀ ਸਪੋਰਟਸ ਨੀਤੀ ਬਣੇ ਔਰ ਚੰਗਾ ਇੱਕ ਬਾਈਟ ਉਹਦੇ ਵਾਸਤੇ ਰੱਖਿਆ ਜਾਵੇ ਜਿਹਦੇ ਵਿੱਚ ਕਿ ਸਕੂਲ ਦੇ ਬੱਚੇ ਜਿਹੜੇ ਆ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਚੰਗੀ ਉਹਨਾਂ ਨੂੰ ਕੋਚਿੰਗ ਦਿੱਤੀ ਜਾਵੇ। ਕਿਉਂਕਿ ਇਹ ਨਹੀਂ ਵੀ ਆਪਣੇ ਕੋਲ ਬੱਚੇ ਹੈ ਨਹੀਂ, ਬੱਚੇ ਹੈਗੇ ਆ ਲੇਕਿਨ ਉਹਨਾਂ ਬੱਚਿਆਂ ਨੂੰ ਕੋਈ ਕੋਚਿੰਗ ਨਹੀਂ, ਉਹਨਾਂ ਨੂੰ ਕੋਈ ਖੁਰਾਕ ਨਹੀਂ ਆ। ਤੇ ਜਿਹੜੇ ਕਈ, ਮੈਂ ਇੱਕ ਵੀਡੀਓ ਦੇਖ ਰਿਹਾ ਜੀ, ਇੱਕ ਲੜਕੀ ਆ ਜਿਹਨੇ ਕਿ ਬੜੇ ਸਾਰੇ ਮੈਡਲ ਜਿੱਤੇ ਆ ਤੇ ਉਹ ਬਹੁਤ ਹੀ ਗਰੀਬ ਕਰਦੀ ਆ, ਮਤਲਬ ਇੰਨੇ ਗਰੀਬ ਕਰਦੀ ਆ ਕਿ ਉਹਦਾ ਪਿਓ ਜਿਹੜਾ ਵਾ ਉਹਦੀ ਕਾਲਜ ਦੀ ਫੀਸ ਨਹੀਂ ਦੇ ਸਕਦਾ। ਉਹ ਵਿਚਾਰੀ ਘਰ ਬੈਠੀ ਆ, ਵਿਚਾਰੀ ਕਹਿੰਦੀ ਆ ਕਿ ਮੈਂ ਆਪਣੇ ਲੈਵਲ ਤੇ ਜੋ ਵੀ ਕੋਸ਼ਿਸ਼ ਕਰਦੀ ਆ ਠੀਕ ਆ, ਪਰ ਸਰਕਾਰ ਵੱਲੋਂ ਮੈਨੂੰ ਈਵਨ ਮੇਰੀ ਕਾਲਜ ਦੀ ਫੀਸ ਦਿੱਤੀ ਜਾਂਦੀ ਤਾਂ ਕਿ ਮੈਂ ਆਪਣੀ ਪੜ੍ਹਾਈ ਕਰਾਂ ਨਾਲ ਤੇ ਨਾਲ ਆਪਣਾ ਮੈਂ ਸਪੋਰਟਸ ਵਿੱਚ ਮੈਂ ਅੱਗੇ ਵਧਾਂ। ਸੋ ਜਿਹੜੇ ਬੱਚੇ ਕਈ ਬਹੁਤ ਸਾਰੇ ਹੈਗੇ ਆ, ਪਿੰਡਾਂ ਦੇ ਵਿੱਚ ਵੀ ਹੈਗੇ ਨੇ, ਪਰ ਉਹਨਾਂ ਨੂੰ ਆਪਾਂ ਸ਼ਾਇਦ ਹੀ ਕਰਦੇ।
ਚੰਗੇ ਸਟੇਡੀਅਮ ਬਣਾਈਏ ਆਪਾਂ ਪਿੰਡਾਂ ਦੇ ਵਿੱਚ, ਉੱਥੋਂ ਬੱਚੇ ਲਈਏ ਜਾਂ ਸਕੂਲਾਂ ਵਿੱਚੋਂ ਬੱਚੇ ਲਈਏ ਤੇ ਫਿਰ ਉਹਨਾਂ ਨੂੰ ਚੰਗੀ ਖੁਰਾਕ ਦੇ ਕੇ ਚੰਗੀ ਟ੍ਰੇਨਿੰਗ ਦੇ ਕੇ ਆਪਾਂ ਅੱਗੇ ਵਧਾਈਏ। ਇਹ ਨਹੀਂ ਹੈ ਵੀ ਅਸੀਂ ਖੇਡ ਮੇਲੇ ਦਾ ਦਿੱਤੇ ਆ ਉੱਥੇ ਅਸੀਂ ਸਟੂਡੈਂਟ ਇਕੱਠੇ ਕਰ ਲਏ ਜਾਂ ਹੋਰ ਬੱਚੇ ਜਿਹੜੇ ਆਮ ਪਿੰਡਾਂ ਦੇ ਆਮ ਵਾਲੇ ਇਕੱਠੇ ਕਰਕੇ ਤੇ ਠੀਕ ਆ ਉਹਨਾਂ ਨੂੰ ਕੋਈ 5-10-20 ਹਜ਼ਾਰ ਦੇ ਨਾਮ ਦੇ ਦਿੱਤੇ ਤੇ ਬਸ ਠੀਕ ਆ। ਇਸ ਤਰ੍ਹਾਂ ਨਹੀਂ ਗੱਲ ਬਣਨੀ ਜੀ। ਇਹ ਨੀਤੀ ਇਹੋ ਜਿਹੀ ਨੀਤੀ ਬਣਾਉਣੀ ਜਿਹੜੀ ਕਿ ਮਤਲਬ ਬੜੇ ਛੋਟੇ ਚਾਈਨਾ ਵਿੱਚ ਅਮਰੀਕਾ ਦੇ ਵਿੱਚ ਬੜੇ ਛੋਟੇ ਲੈਵਲ ਤੋਂ ਜਿਹੜੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ। ਥੈਂਕ ਯੂ ਵੈਰੀ ਮਚ ਜੀ। ਬਿਲਕੁਲ ਠੀਕ ਹੈ। ਚਾਈਨਾ, ਰਸ਼ੀਆ, ਅਮਰੀਕਾ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਕੀਤੀ ਜਾਂਦੀ ਹੈ ਟ੍ਰੇਨਿੰਗ ਔਰ ਤਦੇ ਹੀ ਉਹ ਕੰਟਰੀਜ਼ ਦਾ ਪਰਫਾਰਮੈਂਸ ਬਹੁਤ ਵਧੀਆ। ਵੈਦ ਠੰਡੂ ਰਾਮ ਸਰਪੰਚ, ਦਲਜੀਤ ਸੰਧੂ, ਮਨਜੀਤ ਸੁਰਖਾਂ, ਦਵਿੰਦਰ ਲੋਪੋਂ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਇੰਦਰਜੀਤ ਸਿੰਘ ਉਮਰਪੁਰੀ ਦਾ ਰੋਜ਼ ਵਾਂਗੂ ਸਭ ਤੋਂ ਪਹਿਲਾ ਕਮੈਂਟ ਹੈ, ਡਿਟੇਲ ਕਮੈਂਟ ਹੈ। ਉਹ ਕਹਿ ਰਹੇ ਨੇ ਕਿਸੇ ਵੀ ਸਰਕਾਰ ਨੇ ਖੇਡਾਂ ਪ੍ਰਤੀ ਕੋਈ ਪੱਕੀ ਨੀਤੀ ਨਹੀਂ ਬਣਾਈ। ਜਦੋਂ ਵੀ ਸਰਕਾਰ ਬਦਲਦੀ ਆ ਸਭ ਕੁਝ ਬਦਲ ਜਾਂਦਾ ਵਾ। ਖਿਡਾਰੀਆਂ ਦੀ ਚੋਣਾਂ ਵਿੱਚ ਰਾਜਨੀਤਿਕ ਲੋਕਾਂ ਤੇ ਸਰਕਾਰੀ ਅਧਿਕਾਰੀਆਂ ਦਾ ਬੇਲੋੜਾ ਦਖਲ ਜੋ ਯੋਗ ਤੇ ਚੁਣੇ ਖਿਡਾਰੀਆਂ ਵਿੱਚ ਨਿਰਾਸ਼ਾ ਪੈਦਾ ਕਰਦਾ ਵਾ। ਮਾਪੇ ਵੀ ਬੱਚਿਆਂ ਨੂੰ ਛੋਟੀ ਉਮਰ ਤੋਂ ਖੇਡਾਂ ਵੱਲ ਪ੍ਰੇਰਿਤ ਨਹੀਂ ਕਰਦੇ। ਪੈਸੇ ਦੀ ਦੌੜ ਨੇ, ਫੋਨਾਂ ਨੇ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਕੀਤਾ। ਕਈ ਗੱਲਾਂ ਰੇਜ਼ ਕੀਤੀਆਂ ਇੰਦਰਜੀਤ ਸਿੰਘ ਉਮਰਪੁਰੀ ਜੀ, ਮੈਂ ਕੁਝ ਗੱਲਾਂ ਨਾਲ ਸਹਿਮਤ ਹਾਂ ਤੇ ਕੁਝ ਗੱਲਾਂ ਨਾਲ ਸਹਿਮਤ ਨਹੀਂ। ਤੁਸੀਂ ਕਿਹਾ ਕਿਸੇ ਵੀ ਸਰਕਾਰ ਨੇ ਖੇਡਾਂ ਪ੍ਰਤੀ ਕੋਈ ਨੀਤੀ ਨਹੀਂ ਬਣਾਈ, ਬਿਲਕੁਲ ਨਹੀਂ, ਗਲਤ ਗੱਲ। ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਬਹੁਤ ਵਧੀਆ ਖੇਡਾਂ ਪ੍ਰਤੀ ਨੀਤੀ ਬਣਾਈ ਸੀ। ਖੇਡ ਵਿਭਾਗ ਦੇ ਵਿੱਚ ਉਹਨਾਂ ਨੇ ਟੌਪ ਸਪੋਰਟਸਮੈਨ ਜਿਹੜੇ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਉੱਚ ਪਦਵੀਆਂ ਦਿੱਤੀਆਂ। ਮੈਨੂੰ ਯਾਦ ਆ ਸਰਦਾਰ ਬਲਬੀਰ ਸਿੰਘ, ਟ੍ਰਿਪਲ ਓਲੰਪੀਅਨ, ਜਿਹੜੇ ਹਾਕੀ ਦੇ ਮਸ਼ਹੂਰ ਖਿਡਾਰੀ ਸਨ, ਮੇਰੇ ਦੋਸਤ ਵੀ ਸਨ, ਮੇਰੇ ਤੋਂ ਉਮਰ ਦੇ ਵਿੱਚ ਬਹੁਤ ਵੱਡੇ ਸਨ, ਪਰ ਮੈਂ ਬਹੁਤ ਉਹਨਾਂ ਨਾਲ ਕਈ ਨਜ਼ਦੀਕੀ ਪਲ ਕੱਟੇ ਆ। ਉਹ ਡਾਇਰੈਕਟਰ ਸਪੋਰਟਸ ਲੈ ਗਏ। ਉਹਨਾਂ ਦੇ ਨਾਲ ਜਰਨੈਲ ਸਿੰਘ, ਮਸ਼ਹੂਰ ਫੁੱਟਬਾਲ ਖਿਡਾਰੀ, ਦੁਨੀਆ ਦੇ ਔਰ ਏਸ਼ੀਆ ਦੇ ਮਸ਼ਹੂਰ ਫੁੱਟਬਾਲ ਖਿਡਾਰੀਆਂ ਵਿੱਚੋਂ ਉਹ ਸਨ 1960 ਦੇ ਦਹਾਕੇ ਦੇ ਵਿੱਚ। ਉਹਨਾਂ ਨੂੰ ਨੌਕਰੀ ਦਿੱਤੀ, ਜੁਆਇੰਟ ਡਾਇਰੈਕਟਰ ਲਾਇਆ। ਮਿਲਖਾ ਸਿੰਘ ਐਡੀਸ਼ਨਲ ਡਾਇਰੈਕਟਰ ਲੱਗੇ, ਫਲਾਈਂਗ ਸਿੱਖ ਜਿਹੜੇ ਸਨ। ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਬਤੌਰ ਖਿਡਾਰੀ। ਸੋ ਇਹਨਾਂ ਨੂੰ ਉੱਚੀਆਂ ਨੌਕਰੀਆਂ ਦਿੱਤੀਆਂ ਔਰ ਇਹ ਲੋਕ ਖੇਡਾਂ ਨੂੰ ਸਮਝਦੇ ਸਨ ਕਿਉਂਕਿ ਆਪ ਖਿਡਾਰੀ ਸਨ, ਟੌਪ ਲੈਵਲ 'ਤੇ ਖੇਡਾਂ ਇਹਨਾਂ ਨੇ ਖੇਡੀਆਂ ਸਨ। ਔਰ ਫਿਰ ਉਸ ਤੋਂ ਬਾਅਦ ਰੈਗੂਲਰ ਇੰਪਲੋਏ ਕੋਚਿਸ ਭਰਤੀ ਕੀਤੇ ਗਏ, ਸਟੇਡੀਅਮਸ ਬਣੇ, ਲੇਕਿਨ ਉਸ ਤੋਂ ਬਾਅਦ ਫਿਰ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਫਿਰ ਜਿਸ ਵੇਲੇ ਮੈਨੂੰ ਪਤਾ ਵਾ ਬਹੁਤ ਲੋਕੀ ਅਕਾਲੀ ਭਾਜਪਾ ਦੀ ਆਲੋਚਨਾ ਕਰਦੇ ਆ, ਲੇਕਿਨ ਉਸ ਵੇਲੇ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਸਨ ਔਰ ਉਹਨਾਂ ਨੇ ਕੁਝ ਖੇਡਾਂ ਨੂੰ ਬਹੁਤ ਵਧੀਆ ਹੁਲਾਰਾ ਦਿੱਤਾ। ਮੈਨੂੰ ਯਾਦ ਆ ਉਹਨਾਂ ਨੇ ਹਾਕੀ ਵਾਸਤੇ ਬਹੁਤ ਕੁਝ ਕੀਤਾ। ਜੇ ਇਸ ਵੇਲੇ ਹਾਕੀ ਦੇ ਵਿੱਚ ਲੜਕੀਆਂ ਔਰ ਲੜਕਿਆਂ ਦਾ ਪਰਫਾਰਮੈਂਸ ਚੰਗਾ ਵਾ ਤੇ ਉਹਦੇ ਲਈ ਕਾਫੀ ਹੱਦ ਤੱਕ ਪ੍ਰਗਟ ਸਿੰਘ ਜ਼ਿੰਮੇਵਾਰ ਹੈ। ਜਿਹਨੂੰ ਡਾਇਰੈਕਟਰ ਸਪੋਰਟਸ ਸਨ, ਉਹਨਾਂ ਨੇ ਹਾਕੀ ਅਕੈਡਮੀਜ਼ ਬਣਾਈਆਂ। ਪੰਜਾਬ ਉਹੀ ਪੰਜਾਬ ਜਿੱਥੇ ਬਹੁਤ ਥੋੜ੍ਹੇ ਲੋਕੀ ਹਾਕੀ ਖੇਡਦੇ ਸਨ, ਇੱਕਦਮ ਫਿਰ ਲੋਕੀ ਹਾਕੀ ਖੇਡਣ ਲੱਗ ਪਏ। ਸੋ ਇਸ ਕਰਕੇ ਉਦੋਂ ਵੀ ਕੁਝ ਕਦਮ ਚੁੱਕੇ ਗਏ। ਮੈਂ ਪ੍ਰਤਾਪ ਸਿੰਘ ਕੈਰੋਂ ਦੀ ਫਿਰ ਗੱਲ ਕਰਾਂ, ਉਹਨਾਂ ਨੇ ਸਪੋਰਟਸ ਸਕੂਲ ਖੋਲ੍ਹੇ, ਸਪੋਰਟਸ ਕਾਲਜ ਖੋਲ੍ਹੇ, ਸਪੋਰਟਸ ਸਕੂਲ ਜਲੰਧਰ 'ਚ, ਸਪੋਰਟਸ ਕਾਲਜ ਜਲੰਧਰ 'ਚ, ਸਪੋਰਟਸ ਕਾਲਜ ਲੜਕੀਆਂ ਦਾ ਸਪੋਰਟਸ ਕਾਲਜ ਕੁਰੂਕਸ਼ੇਤਰ 'ਚ। ਸੋ ਬਹੁਤ ਕਦਮ ਉਦੋਂ ਚੁੱਕੇ ਗਏ। ਉਦੋਂ ਪੰਜਾਬ ਇਕੱਠਾ ਹੁੰਦਾ ਸੀ, ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਸੀ। ਸੋ ਕੁਝ ਸਰਕਾਰਾਂ ਨੇ ਕਾਫੀ ਕੁਝ ਕੀਤਾ ਵਾ, ਲੇਕਿਨ ਸ਼ਾਇਦ ਇਸ ਸਰਕਾਰ ਦੇ ਵਿੱਚ ਕੋਈ ਖੇਡਾਂ ਨੂੰ ਸਮਝਦਾ ਨਹੀਂ। ਨਾ ਖੇਡ ਮੰਤਰੀ, ਠੀਕ ਹੈ ਤੁਸੀਂ ਕਾਲਜ ਲੈਵਲ 'ਤੇ ਮਾੜੇ ਮੋਟੇ ਖੇਡੀ ਹੋਣੀ ਆ, ਜਾਂ ਤੁਸੀਂ ਮੁੱਖ ਮੰਤਰੀ ਨੇ ਵੀ ਕਹਿੰਦੇ ਵਾਲੀਬਾਲ ਖੇਡਿਆ ਵਾ। ਸੋ ਇਹ ਜਿਹੜੀਆਂ ਖੇਡਾਂ ਵਤਨ ਦੀਆਂ ਸੀ, ਇਹਦੇ 'ਚ ਸ਼ਾਇਦ ਮੁੱਖ ਮੰਤਰੀ ਦੀ ਮਸ਼ਹੂਰੀ ਜ਼ਿਆਦਾ ਸੀ, ਪੰਜਾਬ ਦੇ ਖਿਡਾਰੀਆਂ ਦੀ ਘੱਟ ਸੀ। ਔਰ ਉਹਦਾ ਹੀ ਨਤੀਜਾ ਵਾ ਕਿ ਖੇਲੋ ਇੰਡੀਆ ਦੀਆਂ ਜਿਹੜੀਆਂ ਖੇਡਾਂ ਮੱਧ ਪ੍ਰਦੇਸ਼ ਖਤਮ ਹੋਈਆਂ ਅੰਡਰ 18 ਖਿਡਾਰੀਆਂ ਵਾਸਤੇ, ਉਹਦੇ 'ਚ ਪੰਜਾਬ ਦਾ ਪਰਫਾਰਮੈਂਸ ਬਹੁਤ ਮਾੜਾ ਰਿਹਾ। ਬਾਕੀ ਜੋ ਗੱਲਾਂ ਇੰਦਰਜੀਤ ਸਿੰਘ ਉਮਰਪੁਰੀ ਨੇ ਕਹੀਆਂ ਬਿਲਕੁਲ ਸਹੀ ਆ। ਵੈਦ ਠੰਡੂ ਰਾਮ ਸਰਪੰਚ ਕਹਿ ਰਹੇ ਨੇ ਸਰਕਾਰ ਦਾ ਖੇਡਾਂ ਵੱਲ ਧਿਆਨ ਨਹੀਂ ਹੈ ਜੀ, ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੇ ਸਾਰੇ ਹੀ ਬੇੜਾ ਗਰਕ ਕਰਨ 'ਤੇ ਤੁਲੇ ਹਨ ਔਰ ਨਸ਼ਾ ਹੀ ਨਸ਼ਾ ਹੈ ਹਰ ਥਾਵਾਂ 'ਤੇ। ਹੁਣ ਮੈਂ ਅਗਲੀ ਕਾਲ ਲੈਣ ਲੱਗਾ। ਮੈਨੂੰ ਪਤਾ ਵਾ ਇੰਦਰਜੀਤ ਸਿੰਘ ਉਮਰਪੁਰੀ ਦਾ ਵੀ ਤਾਜ਼ਾ ਕਮੈਂਟ ਆਇਆ, ਉਹ ਮੈਂ ਬਾਅਦ ਦੇ ਵਿੱਚ ਪੜੂੰਗਾ। ਮੈਂ ਹੁਣ ਅਗਲੀ ਕਾਲ ਲੈ ਰਿਹਾ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਸੰਧੂ ਜੀ। ਸੰਧੂ ਸਾਹਿਬ ਮੈਂ ਨਾ ਦੋ ਪਹਿਲੂਆਂ ਤੇ ਦਲਜੀਤ ਸੰਧੂ ਜੀ, ਮੈਨੂੰ ਯਾਦ ਆ ਜਦੋਂ ਮੈਂ ਸਪੋਰਟਸ ਕਾਲਜ ਦੇ ਵਿੱਚ ਸੀ, ਅੰਮ੍ਰਿਤਸਰ ਔਰ ਗੁਰਦਾਸਪੁਰ ਤੋਂ ਬਹੁਤ ਜ਼ਿਆਦਾ ਖਿਡਾਰੀ ਸਾਡੇ ਸਪੋਰਟਸ ਕਾਲਜ ਦੇ ਵਿੱਚ ਸਨ ਔਰ ਬਹੁਤ ਵਧੀਆ ਪਰਫਾਰਮੈਂਸ ਸੀ ਉਹਨਾਂ ਦਾ। ਔਰ ਸਪੋਰਟਸ ਕਾਲਜ ਤੋਂ ਇਲਾਵਾ ਖਾਲਸਾ ਕਾਲਜ ਜਲੰਧਰ ਤੇ ਖਾਲਸਾ ਕਾਲਜ ਅੰਮ੍ਰਿਤਸਰ ਔਰ ਦੁਆਬਾ ਕਾਲਜ ਜਲੰਧਰ, ਇਹ ਵੀ ਮਸ਼ਹੂਰ ਸਨ ਖਿਡਾਰੀਆਂ ਵਾਸਤੇ। ਹਾਂਜੀ, ਮੈਂ ਨਾ ਦੋ ਗੱਲਾਂ ਕਰੂੰਗਾ ਵੀ ਪਛੜੇ ਕਿਉਂ ਤੇ
ਅੱਗੇ ਕਰਨ ਦੀ ਕੀ ਲੋੜ ਹੈ। ਹੂੰ ਪਹਿਲੋਂ ਪਛੜਿਆਂ ਵਾਲੇ ਲੈ ਲਓ ਵੀ ਪਛੜੇ ਜਦੋਂ ਅੱਜ ਤੋਂ ਕਿਤੇ 70-80 ਦੇ ਦਹਾਕਿਆਂ ਦੀ ਗੱਲ ਕਰੀਏ ਨਾ, ਜਾਂ ਇਹ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਇੱਕ ਸਪੋਰਟਸ ਦਾ ਟੀਚਰ ਸੀ ਤੇ ਉੱਥੇ ਇੱਕ ਸਬਜੈਕਟ ਪੜ੍ਹਾਇਆ ਜਾਂਦਾ ਸੀ ਜਿਹਨੂੰ ਆਖਿਆ ਜਾਂਦਾ ਸੀ ਸਿਹਤ ਤੇ ਸਰੀਰਕ ਸਿੱਖਿਆ ਤੇ ਖੇਡਾਂ। 6ਵੀਂ ਜਮਾਤ ਤੋਂ ਉਹ ਸਬਜੈਕਟ ਲੱਗ ਜਾਂਦਾ ਸੀ। ਉੱਥੇ ਉਹਦੀਆਂ ਡਰਾਇੰਗ ਦੇ ਉੱਤੇ ਗਰਾਊਂਡਾਂ ਬਣਾਉਣੀਆਂ, ਉਹਨਾਂ ਨੂੰ ਖਿਡਾਰੀਆਂ ਦੀ ਗਿਣਤੀ ਕਿੰਨੀ, ਸਵਾਲ ਜਵਾਬ ਪੁੱਛਿਆ ਜਾਂਦਾ ਸੀ। ਉਹ ਇੱਕ ਪੱਕਾ ਸਬਜੈਕਟ ਸੀ, ਉਹਦਾ ਪੇਪਰ ਵੀ ਹੁੰਦਾ ਸੀ ਵੀ ਇਹ ਖੇਡ ਇਹਦੇ ਵਿੱਚੋਂ ਕਿੰਨੇ ਕਿਸੇ ਨੇ ਨੰਬਰ ਲਏ ਆ। ਉਹ ਪੜ੍ਹਨਾ ਹਰ ਵਾਸਤੇ ਲਾਜ਼ਮੀ ਸੀ, ਚਾਹੇ ਉਹ ਸਪੋਰਟਸ ਸੀ ਜਾਂ ਨਹੀਂ ਸੀ। ਠੀਕ ਹੈ ਜੀ। ਉਦੋਂ ਬਾਅਦ ਜਦੋਂ ਯੁੱਗ ਬਦਲਿਆ, ਤਰੱਕੀ ਹੋਈ, ਸਕੂਲਾਂ ਦਾ ਸਿੱਖਿਆ ਦਾ ਪ੍ਰਾਈਵੇਟੇਸ਼ਨ ਹੋ ਗਿਆ, ਪ੍ਰਾਈਵੇਟ ਸਕੂਲ ਖੁੱਲ ਗਏ, ਛੋਟੇ ਛੋਟੇ ਕਮਰਿਆਂ 'ਚ ਛੋਟੀ ਛੋਟੀ ਬਿਲਡਿੰਗ ਸਕੂਲ ਖੁੱਲ ਗਏ। ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਵੀ ਇਹ ਕੋਈ ਸਪੋਰਟਸ ਥੱਲੇ ਬੱਚਿਆਂ ਨੂੰ ਮੋਟੀਵੇਸ਼ਨ ਕਰਦੇ ਆ ਕਿ ਨਹੀਂ ਕਰਦੇ। ਮੈਂ ਵੇਖਿਆ ਵੀ ਬਹੁਤੇ ਪ੍ਰਾਈਵੇਟ ਸਕੂਲਾਂ ਕੋਲ ਗਰਾਊਂਡ ਹੀ ਹੈ ਨਹੀਂ। +2 ਦੇ ਸਕੂਲ ਆ, ਹੁਣ ਜਿਹੜਾ ਬੱਚਾ +2 ਉੱਥੇ ਕਰ ਗਿਆ ਉਹ 20 ਸਾਲ ਦਾ ਪੁੱਜ ਗਿਆ, ਉਹਨੂੰ ਅੱਜ 20 ਸਾਲ 'ਚ ਹੋ ਗਏ ਤੁਸੀਂ ਸਪੋਰਟਸ 'ਤੇ ਲਾਓਗੇ, ਨਹੀਂ ਲੱਗਣਾ। ਇੱਥੇ ਸਾਡਾ ਅਸੀਂ ਪਛੜੇ, ਇੱਕ ਸਾਨੂੰ ਵਿਦੇਸ਼ੀ ਜਾਣ ਦੀ ਵੀ ਮਾਰ ਪੈਣ ਦੀ ਆ, ਪੈਸੇ ਦੀ ਹੋੜ ਹੈ, ਇਸ ਕਰਕੇ ਖੇਡਾਂ ਪ੍ਰਤੀ ਜਿਹੜੀ ਹੈ ਨਾ ਸਾਡੀ ਖਿੱਚ ਹੀ ਖਤਮ ਹੋ ਗਈ ਹੈ। ਜਿੰਨਾ ਚਿਰ ਅਸੀਂ ਆਪਣੇ ਅੰਦਰ ਖਿੱਚ ਨਹੀਂ ਨਾ, ਉਹਨਾਂ ਚਿਰ ਮਤਲਬ ਅਸੀਂ ਆਪ ਖਿਡਾਰੀ ਨਹੀਂ ਪੈਦਾ ਹੁੰਦੇ, ਧੱਕਾ ਸਟਾਰਟ ਖਿਡਾਰੀ ਨਹੀਂ ਬੰਨੇ ਲੱਗਦੇ ਹੁੰਦੇ। ਹੁਣ ਕਰਨ ਦੀ ਕੀ ਲੋੜ ਆ ਵੀ ਹਰੇਕ ਇੱਕ ਨੀਤੀ ਬਣਾਉਣ ਦੀ ਲੋੜ ਆ ਵੀ ਹਰੇਕ ਸਕੂਲ ਨੂੰ ਇੱਕ ਲਾਜ਼ਮੀ ਗਰਾਊਂਡ ਤੇ ਲਾਜ਼ਮੀ ਸਪੋਰਟਸ ਦਾ ਟੀਚਰ ਰੱਖਣ ਦਾ ਸਰਕਾਰ ਹੁਕਮ ਦੇਵੇ ਵੀ ਜਿਹਦੇ ਕੋਲ ਸਪੋਰਟਸ ਟੀਚਰ ਨਹੀਂ ਹੈਗਾ ਉਹਦੀ ਮਾਨਤਾ ਐਫੀਲੀਏਸ਼ਨ ਰੱਦ ਹੋ ਜਾਣੀ। ਠੀਕ ਹੈ ਜੀ। ਫਿਰ ਅੱਗੇ ਜਾ ਕੇ ਨੈਸ਼ਨਲ ਲੈਵਲ ਤੇ ਜਦੋਂ ਖੇਡਣਾ ਹੈ, ਉੱਥੇ ਜਾ ਕੇ ਸਰਕਾਰ ਖਿਡਾਰੀਆਂ ਪ੍ਰਤੀ ਇੰਨੀ ਵਚਨਬੱਧ ਹੋਵੇ ਵੀ ਬੇਟਾ ਤੁਸੀਂ ਖੇਡੋ, ਅਸੀਂ ਤੁਹਾਨੂੰ ਜਿੱਥੇ ਖੇਡਣਾ ਹੈ ਸਰਕਾਰੀ ਖਰਚੇ ਤੇ ਸਾਡੇ ਸੈਕਟਰੀ, ਚੀਫ ਸੈਕਟਰੀ, ਡਾਇਰੈਕਟਰ ਨਾਲ ਮੰਤਰੀ, ਤੁਹਾਡੇ ਸੰਤਰੀ ਹਾਜ਼ਰ ਹੋਣਗੇ ਜਿੱਥੇ ਜਾ ਕੇ ਖੇਡਣਾ ਹੈ। ਉਹਨਾਂ ਨੂੰ ਮੋਟੀਵੇਸ਼ਨ ਕਰਨੀ ਵੀ ਤੁਸੀਂ 3 ਕਰੋੜ ਪੰਜਾਬੀਆਂ ਦੀ ਜਾਂ 3 ਕਰੋੜ ਪੰਜਾਬੀਆਂ ਦੀ ਜਾਂ 3.5 ਕਰੋੜ ਪੰਜਾਬੀਆਂ ਦੀ ਮੇਜ਼ਬਾਨੀ ਕਰਨੀ ਹੈ। ਤੁਹਾਡੇ ਮੂੰਹ ਵੱਲੇ 3 ਕਰੋੜ ਲੋਕਾਂ ਨੇ ਪੁੱਤ ਵੇਖਣਾ ਜਾ ਕੇ ਉੱਥੇ ਖੇਡ ਕੇ ਆਇਓ ਜੇ ਸਾਡਾ ਨਾਂ ਉੱਚਾ ਰੋਸ਼ਨ ਕਰਕੇ। ਉਹਨਾਂ ਨੂੰ ਪਤਾ ਹੋਵੇ ਵੀ ਮਗਰ ਟੀਵੀਆਂ ਤੇ ਸਾਨੂੰ 3 ਕਰੋੜ ਲੋਕ ਡੀਕਣ ਡਏ ਆ। ਇੱਥੇ ਸਰਕਾਰ ਤਾਂ ਲੱਗੀ ਆ ਹੋਰ ਨਾ ਕੰਮਾਂ ਤੇ, ਅਫਸਰ ਲੱਗੇ ਆ ਹੋਰ ਨਾ ਕੰਮਾਂ ਤੇ, ਬੱਚੇ ਇੱਥੋਂ ਤੋੜ ਦਿੱਤੇ ਵਿਚਾਰੇ ਜਿਹੋ ਜਿਹਾ ਖੇਡ ਆਏ। ਮਿਹਰਬਾਨੀ। ਪਬਲਿਸਿਟੀ ਵੱਲ ਜ਼ਿਆਦਾ ਧਿਆਨ ਆ, ਇਸ਼ਤਿਹਾਰਬਾਜ਼ੀ ਵੱਲ ਜ਼ਿਆਦਾ ਧਿਆਨ ਹੈ। ਇੰਦਰਜੀਤ ਸਿੰਘ ਉਮਰਪੁਰੀ ਦਾ ਤਾਜ਼ਾ ਕਮੈਂਟ ਆਇਆ ਵਾ ਸਰਕਾਰੀ ਸਕੂਲਾਂ 'ਚ, ਕਮੈਂਟ ਅਸੀਂ ਤੁਹਾਡੇ ਸਕਰੀਨ ਤੇ ਵੀ ਡਿਸਪਲੇ ਕਰ ਰਹੇ ਹਾਂ। ਉਹ ਕਹਿ ਰਹੇ ਨੇ ਸਰਕਾਰੀ ਸਕੂਲਾਂ 'ਚ, ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਸਕਰੀਨ ਤੇ ਪਾਇਓ ਜੀ, ਸ਼ਾਇਦ ਡਿਸਪਲੇ ਨਹੀਂ ਹੋਇਆ। ਉਹਨਾਂ ਨੇ ਕਿਹਾ ਸਰਕਾਰੀ ਸਕੂਲਾਂ 'ਚ ਕੋਚਾਂ ਦੀ ਨਿਯੁਕਤੀ ਜ਼ਰੂਰੀ ਆ। ਉਹਨਾਂ ਦੇ ਆਪਣੇ ਪਿੰਡ 'ਚ ਸਰਕਾਰੀ ਸੈਕੰਡਰੀ ਸਕੂਲ ਵਿੱਚ ਪਿਛਲੇ 5 ਸਾਲ ਤੋਂ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਕੋਚ ਨਹੀਂ ਲਾਇਆ ਗਿਆ। ਜਲੰਧਰ ਦੇ ਸਪੋਰਟਸ ਕਾਲਜ ਦੀ ਖਸਤਾ ਹਾਲਤ ਬਾਰੇ ਆਪਾਂ ਸਾਰੇ ਜਾਣਦੇ ਹਾਂ। ਬਿਲਕੁਲ ਸਹੀ ਹੈ ਜੀ। ਜਿੱਥੇ ਜਿਹੜੇ ਕੋਚ ਲੱਗੇ ਵੀ ਆ, ਮੈਂ ਕੋਈ ਲੇਖ ਪੜ੍ਹ ਰਿਹਾ ਸੀ, ਸ਼ਾਇਦ ਬਹੁਤੇ ਕੋਚ ਠੇਕੇ ਤੇ ਲੱਗੇ ਹੋਏ ਆ ਔਰ 10 ਸਾਲਾਂ ਤੋਂ ਉਹਨਾਂ ਦੀ ਤਨਖਾਹ 'ਚ ਵਾਧਾ ਨਹੀਂ ਹੋਇਆ। ਆਪੇ ਵੇਖ ਲਓ ਤੁਸੀਂ ਵੀ ਕਿੰਨੀ ਇਨਫਲੇਸ਼ਨ ਵਧੀ ਆ, ਤੇ ਜੇ 10 ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਤੇ ਉਹ ਤੇ ਫਿਰ ਐਵੇਂ ਕੰਮ ਟਪਾਊ ਹੀ ਡੰਗ ਟਪਾਊ ਹੀ ਕੰਮ ਕਰਨਗੇ ਨਾ। ਉਹ ਕਿੰਨੀ ਮਿਹਨਤ ਕਰਨਗੇ ਬੱਚਿਆਂ ਦੇ ਉੱਪਰ, ਕਿਉਂਕਿ ਕੋਚ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕੋਚ ਕਈ ਵਾਰ ਨਾਲ ਟ੍ਰੇਨਿੰਗ ਵੀ ਕਰਦੇ ਆ, ਔਰ ਮੈਨੂੰ ਯਾਦ ਹੈ ਕਈ ਵਾਰ ਜੇ ਕੋਈ ਲੌਂਗ ਡਿਸਟੈਂਸ ਰਨਰ ਆ ਤੇ ਜਿਹੜਾ ਖਿਡਾਰੀ ਆ ਉਹ ਆਪਣੀ ਸਵੇਰੇ ਦੌੜ ਲਾਉਂਦਾ ਵਾ 5 ਜਾਂ 7 ਕਿਲੋਮੀਟਰ ਜਾਂ 10 ਕਿਲੋਮੀਟਰ ਦੀ, ਕੋਚ ਜਿਹੜਾ ਨਾਲ ਸਾਈਕਲ ਤੇ ਜਾਂਦਾ ਉਹਦੇ ਨਾਲ ਮੈਂ ਬਹੁਤ ਵਾਰੀ ਇਹ ਵੇਖਿਆ ਵਾ। ਸੋ ਇਸ ਕਰਕੇ ਕੋਚਿਸ ਮਿਹਨਤ ਤਾਂ ਦੀ ਕਰਨਗੇ ਜੇ ਉਹਨਾਂ ਦੀ ਤਨਖਾਹ ਚੰਗੀ ਹੋਊਗੀ, ਉਹਨਾਂ ਨੂੰ ਸਹੂਲਤਾਂ ਮਿਲਣਗੀਆਂ, ਉਹਨਾਂ ਨੂੰ ਉਤਸ਼ਾਹ ਦਿੱਤਾ ਜਾਊਗਾ। ਸਪੋਰਟਸ ਕਾਲਜ ਜਲੰਧਰ ਦੀ ਗੱਲ ਇੰਦਰਜੀਤ ਸਿੰਘ ਉਮਰਪੁਰੀ ਨੇ ਕੀਤੀ ਆ। ਬਾਕੀ ਸਾਡੇ ਵੇਲੇ ਵੀ ਖਸਤਾ ਹਾਲਤ ਸੀ, ਪਰ ਫਿਰ ਵੀ ਉਦੋਂ ਇੱਕ ਉੱਥੇ ਕਲਚਰ ਬਣਿਆ ਹੋਇਆ ਸੀ ਸਪੋਰਟਸ ਦਾ। ਅਸੀਂ ਇੱਕ ਦੂਜੇ ਨਾਲ ਬਹੁਤ ਮਿਲ ਵਰਤ ਕੇ ਔਰ ਆਪਸ ਦੇ ਵਿੱਚ ਕੰਪੀਟ ਕਰਕੇ ਆਪਣੇ ਆਪ ਹੀ ਟ੍ਰੇਨਿੰਗ ਕਰਨੀ। ਕਈ ਵਾਰ ਜੇ ਕੋਚ ਨਹੀਂ ਸੀ ਹੁੰਦੇ ਤੇ ਫਿਰ ਵੀ ਉਹਦੇ 'ਚੋਂ ਬਹੁਤ ਚੰਗੇ ਖਿਡਾਰੀ ਜਿਹੜੇ ਨੇ, ਮੇਰੇ ਕਈ ਸਾਥੀ ਵੀ ਨੇ, ਉਹ ਨੈਸ਼ਨਲ ਲੈਵਲ ਤੇ, ਮੈਂ ਤੇ ਉਸ ਲੈਵਲ ਤੇ ਨਹੀਂ ਪਹੁੰਚ ਸਕਿਆ, ਲੇਕਿਨ ਕਈ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਨੇ ਮੱਲਾਂ ਮਾਰੀਆਂ। ਉਹ ਸਾਡੇ ਤੁਸੀਂ ਅੰਦਾਜ਼ਾ ਲਾ ਲਓ ਵੀ ਉਦੋਂ ਕਿੰਨਾ ਧਿਆਨ ਦਿੱਤਾ ਜਾਂਦਾ ਸੀ ਇਹਨਾਂ ਚੀਜ਼ਾਂ ਵੱਲ। ਸਪੋਰਟਸ ਕਾਲਜ ਦੇ ਪ੍ਰਿੰਸੀਪਲ ਸੋਮਨਾਥ, ਡਬਲ ਓਲੰਪੀਅਨ, ਇੰਡੀਆ ਨੂੰ ਉਹਨਾਂ ਨੇ ਐਥਲੈਟਿਕਸ ਦੇ ਵਿੱਚ ਵੀ ਰਿਪਰੈਜ਼ੈਂਟ ਕੀਤਾ ਤੇ ਵਾਲੀਬਾਲ ਦੇ ਵਿੱਚ ਵੀ। ਉਹੋ ਜਿਹੇ ਖਿਡਾਰੀ ਅੱਜ ਕੱਲ੍ਹ ਕਿੱਥੇ ਆ? ਸੋ ਬਹੁਤ ਕੁਝ ਕਰਨ ਦੀ ਲੋੜ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਇਸ ਮਸਲੇ ਤੇ ਕਿ ਜੋ ਹੋਇਆ ਵਾ ਇਹਦੇ ਲਈ ਕੌਣ ਜ਼ਿੰਮੇਵਾਰ, ਕੀ ਕਰਨ ਦੀ ਲੋੜ ਆ ਔਰ ਕੀ ਵੱਡੇ ਪੱਧਰ ਦੇ ਉੱਤੇ ਕਾਇਆਕਲਪ ਦੀ ਲੋੜ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਪਾਲ ਸਿੰਘ ਬੋਲਦਾ ਭਾਜੀ। ਹਾਂਜੀ ਪਾਲ ਸਿੰਘ ਜੀ। ਭਾਈ 78 'ਚ ਮੈਨੂੰ ਨਾਈਜੀਰੀਆ ਜਾਣ ਦਾ ਮੌਕਾ ਮਿਲਿਆ। ਜਿਹੜੀ ਨਾਈਜੀਰੀਆ ਦੀ ਰੇਲਵੇ ਸੀ ਨਾ, ਉਹ ਪਹਿਲਾਂ USA ਗਵਰਨਮੈਂਟ ਦੇ ਅੰਡਰ ਸੀਗੀ, ਪਰ ਉਹਨਾਂ ਨੇ ਕੰਮ ਸਹੀ ਨਹੀਂ ਕੀਤਾ। ਉਹਦੇ ਬਾਅਦ ਉਹ ਰੇਲਵੇ ਇੰਡੀਆ ਦੇ ਅੰਡਰ ਚਲੇ ਗਈ। ਉੱਥੇ ਸਾਨੂੰ ਭਾਈ 60 ਬੰਦੇ ਮਿਲੇ ਆਪਣੇ ਪੰਜਾਬੀ, ਜਿਹੜੇ
ਕੋਟੇ 'ਚੋਂ ਆਏ ਸੀਗੇ ਪਲੇਅਰਾਂ ਵਿੱਚ ਭਾਜੀ, ਰੇਲਵੇ 'ਚ ਕੰਮ ਕਰਦੇ। ਇਹ 78 ਦੀ ਗੱਲ ਆ, ਦੇਖ ਲਓ। ਉਹ ਤੋਂ ਬਾਅਦ ਹੁਣ ਜਿਹੜੀ ਭਾਜੀ ਹੈਗਾ, ਕਿਉਂਕਿ ਪੰਜਾਬ ਦੀ ਹਾਲਤ ਜਿਹੜੀ ਹਾਲਤ ਆ ਨਾ, ਉਹ ਬਹੁਤ ਖਸਤਾ ਹੈਗੀ ਹੈ ਇਸ ਟਾਈਮ। ਤੁਸੀਂ ਕੋਈ ਚੀਜ਼ ਲੈਣ ਜਾਂਦੇ ਭਾਜੀ, ਕੋਈ ਉੱਥੇ ਟੈਕਸ ਨਹੀਂ ਦੇ ਰਿਹਾ, ਕਿਉਂਕਿ ਗੌਰਮੈਂਟ ਕੋਲ ਪੈਸਾ ਹੈ ਨਹੀਂ। ਹੁਣ ਟਾਈਮ ਤਾਂ ਭਾਜੀ ਲੱਗੂਗਾ। ਹੁਣ ਬਾਕੀ ਰਹੀ ਗੱਲ ਜਿਹੜੀ ਹੁਣ ਪ੍ਰਗਟ ਸਿੰਘ ਦੀ ਗੱਲ ਤੁਸੀਂ ਕਰਦੇ ਆ, ਹੁਣ 5 ਸਾਲ 'ਚ ਪ੍ਰਗਟ ਸਿੰਘ ਨੇ ਕੀ ਕਰਤਾ ਪਿਛਲੇ 'ਚ? ਨਹੀਂ ਦੇਖੋ, 5 ਸਾਲਾਂ 'ਚ ਕੁਝ ਨਹੀਂ ਹੁੰਦਾ, ਪਰ ਐਟਲੀਸਟ ਸ਼ੁਰੂਆਤ ਉਹਨਾਂ ਪਿਛਲੇ 5 ਸਾਲ ਤੇ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ, MLA ਸਨ, ਪਰ ਜਦੋਂ ਉਹ ਡਾਇਰੈਕਟਰ ਸਪੋਰਟਸ ਸਨ, ਉਹਨਾਂ ਨੇ ਕਈ ਕਦਮ ਚੁੱਕੇ ਜਿਹਨਾਂ ਦੇ ਹਾਲੀ ਵੀ ਲੋਕੀ ਗੱਲਾਂ ਕਰਦੇ ਆ। ਲੰਘ ਚੁੱਕਿਆ ਟਾਈਮ ਭਾਜੀ, ਕਿੰਨਾ ਪਤਾ, ਬਹੁਤ ਪੁਰਾਣੀ ਗੱਲ ਹੋ ਚੁੱਕੀ ਹੈ। ਹੁਣ ਸਾਡੇ ਚਮਕੌਰ ਸਾਹਿਬ ਕਿੱਟਾਂ ਉਹਨਾਂ ਦਿੱਤੀਆਂ ਉੱਥੇ ਆਪਣੇ ਬੱਚਿਆਂ ਨੂੰ, ਉਹ ਵੀ ਭਾਜੀ ਕੁਛ ਵੀ ਨਹੀਂ ਸੀਗਾ, ਉਹ ਵੀ ਸਾਰਾ ਕੁਛ ਮਾਲ ਉਹਦਾ ਸੀਗਾ। ਪ੍ਰਗਟ ਸਿੰਘ ਨਾਲ ਸੀਗਾ ਸਾਡੇ ਮੁੱਖ ਮੰਤਰੀ ਦੇ, ਚੰਨੀ ਦੇ। ਹੁਣ ਸਾਡੇ ਪਿੰਡ ਭਾਜੀ ਅਸੀਂ ਕੋਚ ਰੱਖਿਆ ਵਾ। ਨਹੀਂ ਚਲੋ, ਚੰਨੀ ਸਰਕਾਰ ਦੇ ਹੈ ਹੀ 3-4 ਮਹੀਨੇ ਲਈ ਸੀ ਨਾ, ਉਹਦੇ ਤੇ ਕੀ ਕਰਨਾ ਸੀ। ਪਰ ਜਿਹੜੇ ਕਿੱਟਾਂ ਵੱਡੀਆਂ ਚੰਨੀ ਦੇ ਪ੍ਰਗਟ ਨੇ ਦੋਨਾਂ ਨੇ ਜੀ। ਅੱਛਾ, ਹੁਣ ਜੇ ਪ੍ਰਗਟ ਵਧੀਆ ਖਿਡਾਰੀ ਸੀਗਾ, ਪ੍ਰਗਟ ਨੇ ਕਾਹਦੇ ਵੰਡੀਆਂ ਲੋਕਾਂ ਨੂੰ ਏਦਾਂ? ਓਕੇ, ਚੰਨੀ ਜੋ ਮਰਜ਼ੀ ਕਰਦਾ ਸੀਗਾ, ਪ੍ਰਗਟ ਨੂੰ ਇੰਨਾ ਦਿਖਦਾ ਸੀ ਵੀ ਬਦਨਾਮੀ ਮੇਰੀ ਹੋਣੀ ਹੈ। ਹੁਣ ਤੁਸੀਂ ਐਂ ਕਰੋ, ਮੈਂ ਤੁਹਾਨੂੰ ਪਿੰਡ ਦੇਣਾ ਭਾਜੀ, ਸਮਾਰਟ ਕਲਰ ਘਾਤਾ, ਉੱਥੇ ਟੀਚਰ ਦਾ ਭਾਜੀ ਕੋਈ ਹੈ ਨਹੀਂ। ਹੁਣ ਮਾੜਾ ਮੋਟਾ ਉਹ ਕੰਟਰੋਲ ਹੋਊਗਾ ਤਾਂ ਹੀ। ਜਦੋਂ ਪ੍ਰਗਟ ਸੀਗਾ ਉੱਥੇ ਦੱਸਿਆ ਟੀਚਰ ਕਿਹੜਾ ਸੀਗਾ। ਜਿਹੜੇ ਹੁਣ ਕੋਸ਼ਿਸ਼ਾਂ ਹੋ ਰਹੀਆਂ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਹੋ ਵੀ ਰਹੀਆਂ ਕੋਈ ਕੋਸ਼ਿਸ਼ਾਂ? ਇਹ ਹੋ ਰਹੀ ਹੈ ਸਾਡੇ। ਅਸੀਂ ਕੋਚ ਰੱਖਿਆ ਵਾ ਭਾਜੀ ਪਿੰਡ ਆਪ। ਅੱਛਾ, ਸਾਡੇ ਸਕੂਲ 'ਚ ਰੱਖਿਆ ਵਾ, ਸਾਡੇ ਨਾਲ ਲਸ਼ੇੜੀ ਪੈਂਦਾ ਨਾਲ, ਉੱਥੇ ਵੀ ਕੋਚ ਭਾਜੀ। ਇਹ ਸਪੋਰਟਸ ਵੱਲੋਂ ਸਰਕਾਰ ਵੱਲੋਂ ਦਿੱਤਾ ਗਿਆ ਕਿ ਆਪੇ ਰੱਖਿਆ ਤੁਸੀਂ? ਇਸ ਦਾ ਆਪ ਰੱਖਿਆ ਭਾਜੀ, ਅਸੀਂ ਸਮਾਰਟ ਸਕੂਲ ਵੀ ਆਪ ਬਣਾਇਆ ਸੀਗਾ। ਓਕੇ, ਸੋ ਆਪਣੇ ਵੱਲੋਂ ਲੋਕੀ ਆਪਣੇ ਵੱਲੋਂ ਕਈ ਥਾਵਾਂ ਤੇ ਉਪਰਾਲਾ ਕਰ ਰਹੇ। ਮਿਹਰਬਾਨੀ ਪਾਲ ਸਿੰਘ ਜੀ, ਬਹੁਤ ਅੱਛੀ ਗੱਲ ਆ, ਤੁਸੀਂ ਉਪਰਾਲਾ ਕਰ ਰਹੇ ਜੇ। ਆਲ ਦੀ ਬੈਸਟ, ਔਰ ਸਾਡੀਆਂ ਸ਼ੁਭ ਆਸ਼ਾਵਾਂ, ਔਰ ਤੁਹਾਡੇ ਵਾਂਗੂ ਹੋਰ ਵੀ ਲੋਕਾਂ ਨੂੰ ਉਪਰਾਲਾ ਕਰਨ ਦੀ ਡੈਫੀਨੇਟਲੀ ਲੋੜ ਹੈ। ਮੈਂ ਜਿਹੜੀ ਪ੍ਰਗਟ ਸਿੰਘ ਦੀ ਗੱਲ ਕਰ ਰਿਹਾ, ਮੈਂ ਉਹਦੇ ਬਾਰੇ ਜ਼ਰਾ ਵਿਸਥਾਰ ਦੇ ਵਿੱਚ ਦੱਸਣਾ ਚਾਹੁੰਦਾ। ਜਦੋਂ ਉਹ ਡਾਇਰੈਕਟਰ ਸਪੋਰਟਸ ਸਨ, ਮੈਂ ਉਦੋਂ ਦੀ ਗੱਲ ਕਰ ਰਿਹਾ। ਬਤੌਰ MLA ਮੈਨੂੰ ਅਫਸੋਸ ਹੈ ਕਿ ਉਹਨਾਂ ਨੂੰ ਮਿਨਿਸਟਰ ਨਹੀਂ ਬਣਾਇਆ ਗਿਆ। ਜੇ ਮਿਨਿਸਟਰ ਬਣਾਉਂਦੇ ਤਾਂ ਸ਼ਾਇਦ ਉਹਨਾਂ ਨੂੰ ਆਪਾਂ ਜ਼ਿੰਮੇਵਾਰ ਵੀ ਠਹਿਰਾ ਸਕਦੇ ਸੀ। ਲੇਕਿਨ ਜਦੋਂ ਉਹਨਾਂ ਨੇ ਐਜ਼ ਸਪੋਰਟਸ ਡਾਇਰੈਕਟਰ ਜਿਹੜੀਆਂ ਹਾਕੀ ਅਕੈਡਮੀਜ਼ ਖੋਲ੍ਹੀਆਂ, ਉਹਦਾ ਕਾਫੀ ਫਾਇਦਾ ਹੋਇਆ। ਪਿੱਛੇ ਜੇ ਜਦੋਂ ਇੰਡੀਅਨ ਹਾਕੀ ਟੀਮ, ਵੂਮੈਨਸ ਹਾਕੀ ਟੀਮ ਦਾ ਪਰਫਾਰਮੈਂਸ ਬਹੁਤ ਵਧੀਆ ਸੀ, ਤਾਂ ਉਹਦੀ ਜਿਹੜੀ ਡਰੈਗ ਫਲਿਕਰ ਸੀ, ਮੈਨੂੰ ਹੁਣ ਨਾਂ ਉਹਦਾ ਯਾਦ ਨਹੀਂਗਾ, ਉਹਦੀ ਟ੍ਰੇਨਿੰਗ ਬਾਰੇ ਮੈਂ ਕਿਤੇ ਬੜਾ ਡਿਟੇਲ ਦੇ ਵਿੱਚ ਲੇਖ ਪੜ੍ਹਿਆ ਵੀ ਕਿਵੇਂ ਉਹਦੀ ਜਲੰਧਰ ਦੇ ਕੋਲ ਇੱਕ ਕਾਲਜ ਦੇ ਟ੍ਰੇਨਿੰਗ ਸਕੂਲ ਦੇ ਵਿੱਚ ਟ੍ਰੇਨਿੰਗ ਹੋਈ। ਔਰ ਉਹ ਜਿਹੜਾ ਕੋਚ ਸੀ, ਆਸਟ੍ਰੇਲੀਆ ਭਾਈ ਸਾਹਿਬ ਰਹਿੰਦੇ ਆ ਹੁਣ, ਉਹ ਉੱਥੇ ਕੋਚ ਸਨ, ਔਰ ਉਹਨਾਂ ਨੇ ਉਹਦੀ ਕਿਵੇਂ ਟ੍ਰੇਨਿੰਗ ਕੀਤੀ। ਸੋ ਇਸ ਤਰ੍ਹਾਂ ਦੇ ਉਦੋਂ ਬਹੁਤ ਵਧੀਆ ਉਪਰਾਲੇ ਹੋਏ ਆ। ਹਾਂ, ਹੋਰ ਵੀ ਬਿਹਤਰ ਉਪਰਾਲੇ ਜ਼ਰੂਰ ਹੋ ਸਕਦੇ ਸਨ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਸਿਰਫ ਇਕੱਲੇ ਹੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਜੇ ਵਧੀਆ ਕੰਮ ਕਿਸੇ ਵੇਲੇ ਹੋਇਆ ਸੀ ਤੇ ਉਹ ਹੋਇਆ ਸੀ ਅੱਜ ਤੋਂ 30-40 ਸਾਲ ਪਹਿਲਾਂ, ਜਿਸ ਵੇਲੇ ਟੌਪ ਸਪੋਰਟਸਮੈਨ ਸਪੋਰਟਸ ਡਿਪਾਰਟਮੈਂਟ ਨੂੰ ਮੈਨੇਜ ਕਰਦੇ ਸੀ। ਹੁਣ ਵੀ ਸਪੋਰਟਸ ਡਿਪਾਰਟਮੈਂਟ ਨੂੰ ਸਪੋਰਟਸਮੈਨ ਦੇ ਹਵਾਲੇ ਕਰਨ ਦੀ ਲੋੜ ਆ, ਉਹਨਾਂ ਨੂੰ ਸਹੂਲਤਾਂ ਦੇਣ ਦੀ ਲੋੜ ਆ, ਉਹਨਾਂ ਨੂੰ ਨੀਤੀ ਦੇਣ ਦੀ ਲੋੜ ਆ, ਤਾਂ ਕਿ ਉਹ ਜਵਾਬਦੇਹੀ ਲੋਕਾਂ ਨੂੰ ਹੋ ਸਕਣ। ਕ੍ਰਿਸ਼ਨ ਗੁਪਤਾ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿਸਟਰ ਗੁਪਤਾ ਜੀ। ਸੰਧੂ ਸਾਹਿਬ ਇੱਕ ਅੱਧਾ ਮਿੰਟ ਅੱਜ ਮੈਨੂੰ ਦੇ ਦਿਓ ਥੋੜਾ ਜਿਹਾ। ਹਾਂ ਲਓ ਜੀ, ਲਓ ਪੂਰਾ ਲਓ। ਸੰਧੂ ਸਾਹਿਬ, ਮੇਰਾ ਇੱਕ ਦੋਸਤ ਦੀ ਬੇਟੀ ਗੇਮ ਖੇਡਦੀ ਸੀ ਆਪਣਾ ਟੇਬਲ ਟੈਨਿਸ ਜੀ। ਉਹਦਾ ਨੈਸ਼ਨਲ ਗੇਮ ਹੋਇਆ ਸੀ ਗੋਆ 'ਚ ਜੀ। ਅੱਛਾ, ਓਕੇ। ਗੋਆ 'ਚ ਪਹਿਲਾਂ ਤਾਂ ਉਹਦਾ 9 ਹੀ ਸਪਾਰਕ ਤਾਂ ਆ ਗਈ, ਉਹਨੂੰ ਪਰਮਿਸ਼ਨਾਂ ਲੈਣ ਲਈ ਉਹਦੇ ਬਾਪ ਨੂੰ ਜੀ ਲਗਾਤਾਰ 15 ਦਿਨ ਦਾ ਬਿਜ਼ਨਸ ਛੱਡ ਕੇ ਕੁੜੀ ਦੇ ਪਰਮਿਸ਼ਨਾਂ ਲੈਣ 'ਚ ਲੰਘਿਆ ਜੀ। ਠੀਕ ਹੈ। ਕਦੇ ਕਿਸੇ ਕੋਈ ਦਾ ਅੱਛਾ, ਫਿਰ ਕੁੜੀ ਉੱਥੇ ਚਲੀ ਗਈ ਜੀ, ਬਾਪ ਨਾਲ ਚਲਾ ਗਿਆ ਜੀ। ਉੱਥੇ ਜਿਹੜਾ ਕੋਚ ਸੀਗਾ ਜੀ, ਉਹ ਇੱਕ ਕੁੜੀ ਦਾ ਫਾਦਰ ਹੀ ਭੇਜਤਾ ਬਣਾ ਕੇ ਕੋਚ। ਅੱਛਾ, ਉਹ ਆਪਣੀ ਕੁੜੀ ਵੱਲ ਧਿਆਨ ਦੇਵੇ। ਬਾਕੀ ਜਦੋਂ ਪਲੇਅਰ ਦਾ ਮੈਚ ਚੱਲ ਰਿਹਾ, ਕੋਚ ਗਾਈਡ ਦਿੰਦਾ ਉਹਨੂੰ ਵੀ ਐਂ ਖੇਡ। ਉਹ ਨਾਲ ਨਹੀਂ, ਉਹਨੂੰ 1% ਉਹਨਾਂ ਦਾ ਸਾਥ ਨਹੀਂ ਦਿੱਤਾ ਜੀ। ਇੰਨੀ ਵਧੀਆ ਖਿਡਾਰਨ ਸੀ, ਉਹਦੇ ਫਾਦਰ ਨੇ ਉੱਥੇ ਹੀ ਛੱਡ ਕੇ ਆ ਗਿਆ ਜੀ ਉਹਨੂੰ, ਕਹਿੰਦਾ ਪੁੱਤ ਹੁਣ ਨਹੀਂ ਖੇਡਣਾ ਇਹਨੂੰ। ਓਕੇ। ਤੇ ਦੂਜਾ ਜੀ, ਸਾਡੇ ਮੋਹਾਲੀ ਦੇ ਵਿੱਚ 2 ਸਟੇਡੀਅਮ ਨੇ ਜੀ। ਕ੍ਰਿਕਟ ਦਾ ਛੱਡ ਦੋ, ਕ੍ਰਿਕਟ ਦਾ ਨਿੱਜੀ ਹੈ ਜੀ, ਇੱਕ ਹਾਕੀ ਦਾ, ਇੱਕ ਐਥਲੀਟ ਦਾ ਜੀ। ਦੋਹਾਂ 'ਚ ਬੰਦੇ ਤੋਂ ਉੱਪਰ ਦਾ ਘਾਹ ਹੈ ਜੀ। ਬੜੀ ਅਫਸੋਸ ਦੀ ਗੱਲ ਹੈ ਜੀ, ਇੰਨਾ ਪੈਸਾ ਖਰਚ ਕੇ ਵੀ ਆਹ ਹਾਲਤ ਹੈ। ਹਾਂ, ਸਵੀਮਿੰਗ ਪੂਲ ਦੀਆਂ ਟਾਈਲਾਂ ਟੁੱਟੀਆਂ ਹੋਈਆਂ ਨੇ ਜੀ। ਜੀ।
ਤੀਜਾ ਜੀ, ਜਿਹੜੇ ਸਕੂਲਾਂ 'ਚ ਗੇਮਾਂ ਚੱਲਦੀਆਂ ਨੇ ਜੀ, ਉਹ ਨੈਸ਼ਨਲ ਜਾਂ ਪੰਜਾਬ ਸਟੇਟ ਲੈਵਲ ਦਾ ਸਰਟੀਫਿਕੇਟ ਲੈਣ ਤੱਕ ਸੀਮਤ ਹੋ ਗਈਆਂ। ਅੱਛਾ। ਕਿਉਂਕਿ ਪੰਜਾਬ ਵਿੱਚ ਨੌਕਰੀ 'ਚ ਕਿੰਨਾ % ਨੂੰ ਨੰਬਰ ਮਿਲਦਾ ਹੈ ਜੀ। ਸ਼ੋਰ। ਸਿਰਫ ਉੱਥੇ ਤੱਕ ਹੈ। ਨੰਬਰ 4 ਜੀ, ਸਾਡੇ ਸਾਰੇ ਜਿੰਨੇ ਫੈਡਰੇਸ਼ਨਾਂ ਨੇ ਉਹ 'ਚ ਸਾਰੇ ਲੀਡਰ ਬੈਠੇ ਨੇ। ਇੱਕ ਤਾਂ ਹੁਣੀ ਜੀ ਆਪਣਾ ਯੂਪੀ ਵਾਲਾ ਕਾਂਡ ਹੋ ਕੇ ਹਟਿਆ ਜੀ। ਜੀ ਸਾਰਿਆਂ ਫੈਡਰੇਸ਼ਨਾਂ ਦੇ ਮੈਨੂੰ ਇੱਕ ਗੱਲ ਦੱਸੋ ਕਿ ਪ੍ਰਿੰਸੀਪਲ ਸਾਹਿਬ ਨੇ ਕਦੇ ਸਾਈਕਲ ਚਲਾਇਆ? ਸਹੀ ਗੱਲ ਹੈ। ਮੇਰੇ ਨਾਲ ਲਗਭਗ ਉਹਨਾਂ ਨਾਲ ਬਹੁਤ ਮੇਰੀ ਅੜੀ ਰਹਿੰਦੀ ਹੈ ਜੀ ਉੱਥੇ। ਕਦੇ ਇੱਕ ਦਿਨ ਸਾਈਕਲ ਨਹੀਂ ਚਲਾਇਆ ਜੀ ਉਹਨਾਂ ਨੇ। ਸਹੀ ਗੱਲ ਹੈ। ਸੋ ਪਲੇਅਰਾਂ ਨੂੰ ਇਹਨਾਂ ਫੈਡਰੇਸ਼ਨਸ ਦੇ ਵਿੱਚ ਪਲੇਅਰਾਂ ਨੂੰ ਹੋਣਾ ਚਾਹੀਦਾ ਫੈਡਰੇਸ਼ਨਾਂ ਦੇ ਵਿੱਚ। ਜੇ ਡਾਇਰੈਕਟਰ ਸਪੋਰਟਸ ਬਣਾਇਆ ਆਪਾਂ ਇਹਨਾਂ ਨੂੰ ਪ੍ਰਗਟ ਸਿੰਘ ਜੀ ਨੂੰ, ਤਾਂ ਹੀ ਸੁਧਾਰ ਹੋਇਆ ਜੀ। ਜੇ ਮੈਂ ਮੇਰੀ ਮਾਨਸਿਕ ਪ੍ਰਵਿਰਤੀ ਅਪਰਾਧ ਦੀ ਹੈ ਤਾਂ ਮੈਂ ਅਪਰਾਧ ਕਰੂੰਗਾ। ਸ਼ੋਰ, ਥੈਂਕ ਯੂ। ਜੇ ਮੇਰੀ ਮਾਨਸਿਕ ਉਹ ਹੈ ਜੀ ਤਾਂ ਖੇਡਣ ਦੀ ਤਾਂ ਮੈਂ ਖੇਡ ਆਊਂਗਾ ਜੀ। ਮਿਹਰਬਾਨੀ ਮਿਸਕੀ ਗੁਪਤਾ ਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। ਥੈਂਕ ਯੂ ਵੈਰੀ ਮਚ। ਇੱਥੇ ਮੈਂ ਰੋਕ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ, ਔਰ ਬ੍ਰੇਕ ਤੋਂ ਬਾਅਦ ਮੈਂ ਚਾਹੂੰਗਾ ਕਿ ਜਿਹੜੇ ਸਾਬਕਾ ਖਿਡਾਰੀ ਰਹੇ ਆ, ਜਿਹੜੇ ਹੁਣ ਖੇਡਾਂ ਖੇਡਦੇ ਨੇ ਖਿਡਾਰੀ ਨੇ, ਜਿਨ੍ਹਾਂ ਦੇ ਬੱਚੇ ਖਿਡਾਰੀ ਨੇ, ਉਹ ਜ਼ਰੂਰ ਕਾਲ ਕਰਕੇ ਦੱਸਣ ਵੀ ਕੀ ਕਰਨ ਦੀ ਲੋੜ ਆ, ਕੀ ਇਸ ਵੇਲੇ ਦਿੱਕਤਾਂ ਵਾ। ਅਸੀਂ ਤੇ ਚਲੋ ਮੈਂ ਤੇ ਹੁਣ ਪੁਰਾਣੇ ਦਿਨਾਂ ਦੀਆਂ ਗੱਲਾਂ ਹੀ ਕਰ ਸਕਦਾ ਜਦੋਂ ਅਸੀਂ ਆਪ ਖਿਡਾਰੀ ਸੀ, ਪਰ ਮੈਂ ਚਾਹੂੰਗਾ ਕਿ ਸਪੈਸੀਫਿਕ ਕਾਲਸ ਹੋਣ। ਠੀਕ ਹੈ, ਬਾਕੀ ਵੀ ਸੱਜਣ ਜ਼ਰੂਰ ਕਾਲ ਕਰਨ, ਆਪਣੇ ਵਿਚਾਰ ਦੱਸਣ, ਲੇਕਿਨ ਜੇ ਖਿਡਾਰੀ, ਸਾਬਕਾ ਖਿਡਾਰੀ, ਕੋਚਿਸ, ਸਾਬਕਾ ਕੋਚਿਸ ਜੇ ਉਹ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਹਿੱਸਾ ਲੈਣਗੇ ਤੇ ਬਹੁਤ ਵਧੀਆ ਗੱਲ ਹੋਵੇਗੀ। ਬਹੁਤ ਸਾਰੇ ਕਮੈਂਟ ਸਾਡੇ ਫੇਸਬੁੱਕ ਤੇ ਵੀ ਆਏ ਆ। ਜਸਵਿੰਦਰ ਸੰਧੂ ਹੁਣਾਂ ਦਾ ਕਮੈਂਟ, ਜਿਹੜੇ ਇੱਕ ਸਾਡੇ ਕਾਲਰ ਨੇ ਦੱਸਿਆ ਵੀ ਕਿਵੇਂ ਚੰਨੀ ਸਰਕਾਰ ਵੇਲੇ ਪ੍ਰਗਟ ਸਿੰਘ ਜਦੋਂ ਮੰਤਰੀ ਸਨ, ਉਹਨਾਂ ਨੇ ਉਸ ਵੇਲੇ ਬੜੀਆਂ ਮਾੜੀ ਕੁਆਲਿਟੀ ਦੀਆਂ ਕਿੱਟਾਂ ਵੰਡੀਆਂ। ਜਸਵਿੰਦਰ ਸੰਧੂ ਕਹਿ ਰਹੇ ਨੇ ਉਦੋਂ ਚੋਣਾਂ ਦੇ ਦਿਨ ਸਨ, ਚੋਣਾਂ ਆਉਣ ਵਾਲੀਆਂ ਸਨ, ਸੋ ਉਦੋਂ ਚੋਣਾਂ ਵਾਸਤੇ, ਵੋਟਾਂ ਲੈਣ ਵਾਸਤੇ ਮਾੜੇ ਕੁਆਲਿਟੀ ਦੀਆਂ ਕਿੱਟਾਂ ਜਿਹੜੀਆਂ ਵਾ ਉਹ ਦਿੱਤੀਆਂ ਗਈਆਂ। ਇਹ ਜਸਵਿੰਦਰ ਸੰਧੂ ਦਾ ਕਮੈਂਟ ਹੈ। ਵੈਸੇ ਕਿਸੇ ਵੀ ਹਾਲਤ ਦੇ ਵਿੱਚ ਮਾੜੀਆਂ ਕਿੱਟਾਂ ਜਾਂ ਮਾੜੀ ਕੁਆਲਿਟੀ ਦੀਆਂ ਕਿੱਟਾਂ ਨਹੀਂ ਦੇਣੀਆਂ ਚਾਹੀਦੀਆਂ ਸੀ, ਇਹ ਮੇਰਾ ਵਿਚਾਰ ਹੈ। ਕ੍ਰਿਸ਼ਨ ਗੁਪਤਾ ਦਾ ਵਿਚਾਰ ਆ ਕਿ ਇਨਸੈਂਟਿਵ ਦੇਣ ਦੀ ਲੋੜ ਆ, ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ ਸਾਡੇ ਪਲੇਅਰਾਂ ਨੂੰ। ਔਰ ਉਹਨਾਂ ਕਿਹਾ ਕਿ ਜਿੱਥੇ ਸੁਪਰੀਮ ਕੋਰਟ ਹੀ ਵਿਕਰੀ ਦੇ ਉੱਤੇ ਹੋਵੇ, ਉੱਥੇ ਖੇਡਾਂ ਮਲਕੇ ਦਾ ਧਿਆਨ ਆ। ਚਲੋ ਆਪਾਂ ਇਹਨਾਂ ਦੋਵਾਂ ਨੂੰ ਲਿੰਕ ਨਾ ਕਰੀਏ, ਇਹ ਆਪਾਂ ਨਹੀਂ ਕਹਿ ਸਕਦੇ ਸੁਪਰੀਮ ਕੋਰਟ ਵਿਕਰੀ ਤੇ ਹੋ ਸਕਦਾ ਕੁਝ ਜੱਜਾਂ ਦੇ ਉੱਤੇ ਆਪਾਂ ਕਿੰਤੂ ਪਰੰਤੂ ਕਰ ਸਕਦੇ, ਪਰ ਸੁਪਰੀਮ ਕੋਰਟ ਐਜ਼ ਐਨ ਇੰਸਟੀਟਿਊਸ਼ਨ ਜਿਹੜਾ ਵਾ ਉਹਦੀ ਕਾਫੀ ਚੰਗਾ ਪਰਫਾਰਮੈਂਸ ਰਿਹਾ ਵਾ। ਸ਼ਾਇਦ ਇਸੇ ਕਰਕੇ ਆਪਣੇ ਮੁਲਕ ਦੇ ਵਿੱਚ ਜਮਹੂਰੀਅਤ, ਲੋਕਤੰਤਰ ਜਿਹੜਾ ਵਾ ਉਹ ਬਰਕਰਾਰ ਰਿਹਾ। ਮਿਸਕੀ ਗੁਪਤਾ ਦਾ ਕਮੈਂਟ ਆਇਆ ਵਾ ਕਿ ਪਹਿਲਾਂ ਰੋਟੀ ਤੇ ਫਿਰ ਸੋਟੀ। ਸੋਟੀ ਮਤਲਬ ਹਾਕੀ ਸਟਿਕ ਜਾਂ ਕ੍ਰਿਕਟ ਦਾ ਬੈਟ। ਸਹੀ ਗੱਲ ਆ, ਪਹਿਲਾਂ ਰੋਟੀ ਮਿਲਣੀ ਚਾਹੀਦੀ ਆ, ਔਰ ਇੱਥੇ ਰੋਟੀ ਦੇ ਲਾਲੇ ਲੋਕਾਂ ਨੂੰ ਪਏ ਹੋਏ ਆ। ਜੋ ਰੋਟੀ ਦੇ ਲਾਲੇ ਪਏ ਹੋਣ ਤੇ ਉਹ ਵਿਚਾਰੇ ਖੇਡਾਂ ਵੱਲ ਕੀ ਰੁਝਾਨ ਕਰਨਗੇ। ਵੈਦ ਠੰਡੂਰਾ ਸਰਪੰਚ ਨੇ ਵੀ ਇਹੋ ਹੀ ਗੱਲ ਕਹੀ ਆ ਕਿ ਕਬੱਡੀ ਦਾ ਬਹੁਤ ਜ਼ਿਆਦਾ ਰੁਝਾਨ ਹੈ ਪੰਜਾਬ ਦੇ ਵਿੱਚ। ਜਿਹੜੇ ਕਬੱਡੀ ਦੇ ਖਿਡਾਰੀ ਹਨ ਉਹਨਾਂ ਨੂੰ ਗਰੀਬੀ ਮਾਰ ਰਹੀ ਹੈ, ਸੋ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਦਾ ਕਬੱਡੀ 'ਚ ਬਹੁਤ ਇੰਟਰਸਟ ਹੈ। ਬਿਲਕੁਲ ਪੰਜਾਬ ਦੇ ਵਿੱਚ ਲੋਕਾਂ ਨੂੰ ਕਬੱਡੀ ਦੇ ਵਿੱਚ ਬਹੁਤ ਸ਼ੌਕ ਆ, ਕਬੱਡੀ ਦਾ ਬਹੁਤ ਸ਼ੌਕ ਆ, ਔਰ ਜਿਹੜੇ ਪਲੇਅਰਸ ਨੇ ਗ੍ਰਾਸ ਰੂਟਸ ਲੈਵਲ ਤੇ ਵੀ ਮੇਰੇ ਖਿਆਲ ਇਨਕਰੇਜ ਕਰਨ ਦੀ ਲੋੜ ਹੈ। ਪੰਚਾਇਤਾਂ ਨੂੰ ਕਿਹਾ ਜਾਵੇ ਵੀ ਤੁਹਾਡੇ ਜਿਹੜੇ ਕਬੱਡੀ ਦੇ ਜਿਹੜੇ ਖਿਡਾਰੀ ਆ, ਜਿਹੜੇ ਖੇਡਦੇ ਆ, ਉਹਨਾਂ ਨੂੰ ਰੋਜ਼ ਐਟਲੀਸਟ ਉੱਥੇ ਜਦੋਂ ਖੇਡਣ ਆਉਂਦੇ ਆ ਉਦੋਂ ਉਹਨਾਂ ਨੂੰ ਦੁੱਧ, ਆਂਡੇ, ਕੇਲੇ, ਸੇਬ, ਐਟਲੀਸਟ ਇਹ ਚੀਜ਼ਾਂ ਜ਼ਰੂਰ ਮੁਹੱਈਆ ਕਰਾਈਆਂ ਜਾਣ। ਹਰ ਪਿੰਡ ਵੱਲੋਂ ਜੇ 300 400 ਗ੍ਰਾਮ ਦੁੱਧ, 2 ਕੇਲੇ ਜਾਂ ਇੱਕ ਸੇਬ ਮਿਲਣ ਲੱਗ ਪਏ ਤੇ ਐਟਲੀਸਟ ਖਿਡਾਰੀਆਂ ਨੂੰ ਲੱਗੂਗਾ ਕਿ ਆਪਾਂ ਜੇ ਖੇਡਾਂਗੇ ਸ਼ਾਮ ਨੂੰ, ਜੇ ਕਬੱਡੀ ਖੇਡਣ ਜਾਂ ਫੁੱਟਬਾਲ ਖੇਡਣ ਜਾਂ ਹਾਕੀ ਖੇਡਣ ਜਾਈਏ, ਵਾਲੀਬਾਲ ਖੇਡਣ ਜਾਈਏ, ਤੇ ਉੱਥੇ ਖਾਣ ਨੂੰ ਤੇ ਐਟਲੀਸਟ ਖਾਣ ਪੀਣ ਨੂੰ ਤੇ ਮਿਲੂਗਾ। ਉਹਦੇ ਨਾਲ ਐਟਲੀਸਟ ਰੁਝਾਨ ਜਿਹੜਾ ਵਾ ਵੱਧ ਸਕਦਾ ਵਾ। ਮਿਸਕੀ ਗੁਪਤਾ ਦਾ ਕਮੈਂਟ ਆਇਆ ਵਾ ਕਿ ਖਿਡਾਰੀ ਬਾਅਦ 'ਚ ਗੈਂਗਸਟਰ ਕਿਉਂ ਬਣ ਜਾਂਦੇ ਨੇ। ਖਿਡਾਰੀ ਜਿਹੜੇ ਜੀ, ਮੈਂ ਕਿਉਂਕਿ ਖਿਡਾਰੀ ਰਿਹਾ ਵਾਂ, ਥੋੜ੍ਹੀ ਖੁੱਲ੍ਹੇ ਸੁਭਾਅ ਦੇ ਹੁੰਦੇ ਆ, ਥੋੜ੍ਹੇ ਦਲੇਰ ਹੁੰਦੇ ਆ, ਘਰੋਂ ਬਾਹਰ ਜਾਣ ਦੀ ਆਦਤ ਹੁੰਦੀ ਉਹਨਾਂ ਨੂੰ, ਔਰ ਯਾਰੀਆਂ ਦੋਸਤੀਆਂ ਹੁੰਦੀਆਂ ਉਹਨਾਂ ਦੀਆਂ, ਔਰ ਜਦੋਂ ਉਹਨਾਂ ਨੂੰ ਜ਼ਿੰਦਗੀ 'ਚ ਕਾਮਯਾਬੀ ਨਹੀਂ ਮਿਲਦੀ, ਮੈਂ ਇਹਨੂੰ ਜਸਟੀਫਾਈ ਨਹੀਂ ਕਰ ਰਿਹਾ, ਉਦੋਂ ਫਿਰ ਉਹ ਇਕੱਠੇ ਐਜ਼ ਅ ਗਰੁੱਪ ਕਿਸੇ ਨਾ ਕਿਸੇ ਪਾਸੇ ਨੂੰ ਤੁਰ ਪੈਂਦੇ ਆ। ਚੰਗੇ ਰਸਤੇ ਵੀ ਤੁਰ ਪੈਂਦੇ ਔਰ ਕਈ ਅਫਸੋਸ ਨਾਲ ਕਹਿਣਾ ਪੈਂਦਾ ਮਾੜੇ ਰਸਤੇ ਵੀ ਜ਼ਰੂਰ ਤੁਰ ਪੈਂਦੇ। ਯੂਨਿਟੀ ਬਹੁਤ ਹੁੰਦੀ ਆ ਪਲੇਅਰਾਂ ਦੇ ਵਿੱਚ, ਕਿਉਂਕਿ ਬਹੁਤੀਆਂ ਗੇਮਸ ਤੇ ਟੀਮ ਸਪਿਰਿਟ ਨਾਲ ਹੀ ਖੇਡੀਆਂ ਜਾਂਦੀਆਂ। ਮੈਨੂੰ ਯਾਦ ਹੈ ਮੈਂ ਜੋ ਸਪੋਰਟਸ ਕਾਲਜ ਸੀ, ਬਹੁਤੀ ਕੋਈ ਚੰਗੀ ਗੱਲ ਤਾਂ ਨਹੀਂ ਦੱਸਣ ਲੱਗਾ ਮੈਂ, ਪਰ ਮੈਂ ਯੂਨਿਟੀ ਦੀ ਗੱਲ ਕਰਦਾ ਵਾਂ। ਸਪੋਰਟਸ ਕਾਲਜ ਦੇ ਵਿੱਚ ਅਸੀਂ 120-25 ਸਟੂਡੈਂਟ ਸੀਗੇ। ਜਦੋਂ ਵੀ ਕਿਤੇ ਸਾਡਾ ਝਗੜਾ ਹੋਣਾ ਇੱਕ ਦੇ ਸਟੂਡੈਂਟ ਦਾ, ਤੇ ਸਾਰਿਆਂ ਨੇ ਇਕੱਠੇ ਹੋ ਕੇ ਉਹਦੀ ਮਦਦ ਦੇ ਉੱਤੇ ਜਾਣਾ। ਮੈਨੂੰ ਯਾਦ ਆ ਕਿਤੇ ਮੈਨੂੰ ਯਾਦ ਹੈ ਇੱਕ ਦੋ ਵਾਰੀ ਸਾਡੇ ਸਿਨੇਮਾ ਵੇਖਣ ਗਏ, ਪਿਕਚਰ ਵੇਖਣ ਗਏ, ਤੇ ਉੱਥੇ ਬਲੈਕੀਏ ਸੀ,
ਉਹ ਬਲੈਕ ਤੇ ਟਿਕਟਾਂ ਵੇਚਦੇ ਸੀ ਤੇ ਸਾਡੇ ਪਲੇਅਰਾਂ ਨੂੰ ਲੱਗਾ ਵੀ ਬੜਾ ਗਲਤ ਕੰਮ ਕਰ ਰਹੇ ਆ ਤੇ ਉਹਨਾਂ ਨੇ ਬਲੈਕ ਟਿਕਟਾਂ ਲੈਣ ਤੋਂ ਨਾ ਕਰਤੀ, ਝਗੜਾ ਹੋ ਗਿਆ ਤੇ ਉਹਨਾਂ ਦੀ ਜਿਹੜੇ ਗਏ ਸੀਗੇ ਉਹਨਾਂ ਦੀ ਮਦਦ ਵਾਸਤੇ ਸਾਰਾ ਹੀ ਕਾਲਜ ਮੈਨੂੰ ਯਾਦ ਹੈ ਗਿਆ। ਸੋ ਇਸ ਤਰ੍ਹਾਂ ਦੀ ਯੂਨਿਟੀ ਹੁੰਦੀ ਪਲੇਅਰਾਂ ਦੇ ਵਿੱਚ, ਕਈ ਚੰਗੇ ਗੱਲਾਂ ਵਾਸਤੇ ਤੇ ਕਈ ਵੈਸੇ ਫਿਰ ਮਾੜੇ ਪਾਸੇ ਵੀ ਤੁਰ ਪੈਂਦੇ ਆ। ਅਫਸੋਸ ਆ, ਪਰ ਇਹ ਮਾੜੇ ਪਾਸੇ ਤੁਰਨ ਦਾ ਰੁਝਾਨ ਜਿਹੜਾ ਵਾ ਇਹਦੇ ਬਾਰੇ ਸਾਨੂੰ ਸਭ ਨੂੰ ਚਿੰਤਾ ਕਰਨ ਦੀ ਲੋੜ ਆ। ਦਲਵੀਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ ਫੇਸਬੁੱਕ ਦੇ ਉੱਪਰ, ਜਿਹੜੇ ਦਲਵੀਰ ਸਿੰਘ ਸਾਡੇ ਨਾਲ ਜੁੜੇ ਨੇ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਹਾਂਜੀ ਸੰਧੂ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ, ਗਰੀਬ ਸਿੰਘ ਜੀ, ਬਿਲਕੁਲ ਬੁਲੰਦ ਆਵਾਜ਼ ਆ ਰਹੀ ਤੁਹਾਡੀ, ਦੱਸੋ ਕੀ ਕਹਿਣਾ। ਦੇਖੋ ਜਨਾਬ, ਹਰੇਕ 7ਵਾਂ ਕਿਸਾਨ ਨਕਲੀ ਦੁੱਧ ਬਣਾ ਰਿਹਾ। ਹਾਂਜੀ, ਜਿਹੜਾ ਨਕਲੀ ਦੁੱਧ ਹੋਊਗਾ ਕਿੱਥੋਂ ਨਿਆਣੇ ਭਲਵਾਨ ਬਣ ਜਾਣਗੇ, ਮੈਨੂੰ ਦੱਸੋ। ਸਹੀ ਗੱਲ ਹੈ। ਦੂਜੀ ਗੱਲ ਸੁਣੋ ਮੇਰੀ, ਆ ਪ੍ਰਿੰਸੀਪਲ ਸਿੰਗਾਪੁਰ ਨਸ਼ਾ ਵੇਚਣ ਵਾਲੇ ਤੇ ਗੋਲੀ ਮਾਰੀ ਜਾਂਦੀ ਹੈ, ਉਹਨੂੰ ਐ ਨਹੀਂ ਹੈ ਵੀ ਉਹਨੂੰ ਫੜ ਲਓ, ਉਹਨੂੰ ਕਚਹਿਰੀਆਂ ਚ ਲੈ ਜਾਓ, ਉਹਨੂੰ ਜੇਲ੍ਹ ਚ ਰੱਖ ਕੇ। ਦੇਖੋ ਜਿੰਨਾ ਚਿਰ ਸੰਧੂ ਸਾਹਿਬ ਬਾਰਡਰ ਏਰੀਏ ਦੇ 6-7 ਸਿਆਸੀ ਬੰਦਿਆਂ ਦੇ ਗੋਲੀ ਨਹੀਂ ਮਾਰੀ ਜਾਂਦੀ, ਸੁਣ ਲਓ। ਓਕੇ, ਹਾਂ ਤੁਹਾਨੂੰ ਮੈਂ ਦੱਸਦਾ, ਸੁਣੋ ਮੈਨੂੰ 2 ਮਿੰਟ ਦੇ ਦਿਓ, 2 ਮਿੰਟ। ਹੈਲੋ, ਖੇਰਸਾ ਸੂਰੀ ਵੇਲੇ ਨਾ ਇੱਕ ਕਤਲ ਹੋ ਗਿਆ ਸੀ ਤੇ ਉਹ ਪਤਾ ਨਾ ਲੱਗੇ, ਸ਼ੇਰਸ਼ਾਹ ਸੂਰੀ ਕਹਿੰਦਾ ਐਂ ਕਰੋ, ਚੁੱਪ ਕਰ ਜਾਓ, ਅਗਲੇ ਸਾਲ ਨਾ ਜਿੱਥੇ ਕਤਲ ਹੋਇਆ ਉੱਥੇ ਦਰਖਤ ਵੱਢਣ ਲੱਗ ਜਿਓ ਜਾ ਕੇ। ਤੇ ਉਹ ਜਾਨੂ ਇਲਾਕੇ ਦਾ ਚੌਧਰੀ ਆਇਆ, ਭੱਜਿਆ ਵੀ ਕਿਹਦੀ ਮਨਜ਼ੂਰੀ ਨਾਲ ਦਰਖਤ ਵੱਢਦੇ ਹੋ, ਬਸ ਉਹਨਾਂ ਨੇ ਜਦੇ ਹੀ ਫੜ ਲਿਆ। ਇਹ ਜਿੰਨੇ ਬਾਰਡਰ ਏਰੀਏ ਦੇ ਚੌਧਰੀ ਆ, ਇਹ ਸਾਰਿਆਂ ਦੇ ਜਿੰਨਾ ਚਿਰ ਗੋਲੀ ਨਹੀਂ ਵੱਜਦੀ ਉਹਨਾਂ ਚਿਰ ਨਸ਼ੇ ਨਾਲ ਤਾਂ ਲੋਕ ਮਾਰੇ ਪਏ ਆ, ਬੱਚਿਆਂ ਦੇ ਉੱਤੇ ਅਸਰ ਹੋ ਰਿਹਾ ਵਾ। ਖੇਡਾਂ ਕਿਹਨੇ ਖੇਡਣੀਆਂ? ਠੀਕ ਹੈ ਜੀ। ਹਾਂ, ਜਿੰਨਾ ਚਿਰ ਨਸ਼ੇ ਗੋਲੀ ਦਾ ਨਹੀਂ ਕੰਮ ਚੱਲਦਾ ਤੇ ਇੱਕ ਨਕਲੀ ਦੁੱਧ ਨਹੀਂ ਬੰਦ ਹੁੰਦਾ। ਇਹ ਪ੍ਰਗਟ ਸਿੰਘ ਨੂੰ ਕਹੋ, ਪ੍ਰਗਟ ਸਿੰਘ ਨੇ ਡੱਕਾ ਨਹੀਂ ਕੀਤਾ ਕਦੇ, ਸੁਣ ਲਓ, ਪੁਲਿਸ ਚ ਰਿਹਾ, ਇਹਨੇ ਕਦੇ ਪੁਲਿਸ ਅਫਸਰ ਨੂੰ ਜਾ ਕੇ ਮਿਲਿਆ ਵੀ ਯਾਰ ਆਪਾਂ ਨਸ਼ਾ ਰੋਕੀਏ? ਇਹਨੂੰ ਕਹੋ, ਸੁਣੋ ਸੰਧੂ ਸਾਹਿਬ। ਹਾਂਜੀ, ਹਾਂ ਮੈਂ ਸੁਣ ਰਿਹਾ ਜੀ। ਸੰਧੂ ਇਹਨੂੰ ਕਹੋ ਵੀ ਸਾਰੇ ਪੁਰਾਣੇ ਪਲੇਅਰ ਇਕੱਠੇ ਕਰ, ਪਿੰਡਾਂ 'ਚ ਜਾਵੇ, ਜਾ ਕੇ ਲੋਕਾਂ ਦੀ ਮਿਹਨਤ ਕਰੇ ਵੀ ਨਕਲੀ ਦੁੱਧ ਬਣਾਉਣਾ ਬੰਦ ਕਰੋ, ਸਾਰੇ ਪੰਜਾਬ ਦਾ ਗੇੜਾ ਕੱਢੇ, ਇੰਨਾ ਤਾਂ ਕਰ ਦਵੇ ਇਹ। ਠੀਕ ਹੈ, ਓਕੇ ਸਰ, ਓਕੇ, ਮਿਹਰਬਾਨੀ ਗਰੀਬ ਸਿੰਘ ਜੀ। ਨਕਲੀ ਦੁੱਧ ਜਿੱਥੇ ਮਿਲਦਾ ਵਾ ਉੱਥੇ ਪਲੇਅਰ ਕਿੱਥੋਂ ਬਣਨੇ ਆ? ਬੜਾ ਵੱਡਾ ਇੰਟਰਸਟਿੰਗ ਸਵਾਲ ਰੇਜ਼ ਕੀਤਾ ਵਾ। ਮੇਰੇ ਖਿਆਲ ਜਿਹੜੀਆਂ ਮਿਲਾਵਟ ਦੀਆਂ ਚੀਜ਼ਾਂ ਪੰਜਾਬ 'ਚ ਮਿਲਦੀਆਂ ਵਾ ਉਹ ਵੀ ਇਸ ਗਿਰਾਵਟ ਵਾਸਤੇ ਜ਼ਿੰਮੇਵਾਰ ਨੇ। ਪੰਜਾਬ ਦੇ ਵਿੱਚ ਇੱਕ ਹੋਰ ਮੇਰਾ ਵਿਚਾਰ ਆ ਕਿ ਪਲੇਅਰਾਂ ਨੂੰ ਨੌਕਰੀਆਂ ਪੁਰਾਣੇ ਜ਼ਮਾਨੇ 'ਚ ਮਿਲਦੀਆਂ ਹੁੰਦੀਆਂ ਸਨ। ਬਹੁਤੇ ਪਲੇਅਰ ਸਪੋਰਟਸ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਸੀ ਹੁੰਦੇ। ਮੇਰੇ ਬਹੁਤ ਸਾਰੇ ਸਾਥੀ ਸੀ ਜਿਹੜੇ ਪੜ੍ਹਾਈ ਦੇ ਵਿੱਚ ਕਮਜ਼ੋਰ ਸਨ, ਖਿਡਾਰੀ ਬੜੇ ਅੱਛੇ ਸਨ, ਔਰ ਉਹਨਾਂ ਨੂੰ ਉਹ ਭਰਤੀ ਹੋਏ ਔਰ ਉਹਨਾਂ ਨੂੰ ਬਹੁਤ ਚੰਗੀਆਂ ਨੌਕਰੀਆਂ ਮਿਲੀਆਂ ਔਰ ਕਈ ਜਿਹੜੇ ਨੇ ਬਾਅਦ 'ਚੋਂ ਕਮਾਂਡੈਂਟ ਜਾਂ DIG ਜਾਂ IG ਤੱਕ ਵੀ ਪਹੁੰਚੇ। ਹੁਣ ਨੌਕਰੀਆਂ ਘੱਟ ਮਿਲਦੀਆਂ ਪਲੇਅਰਾਂ ਨੂੰ, ਬਹੁਤ ਗਿਣੇ ਚੁਣੇ ਪਲੇਅਰਾਂ ਨੂੰ ਮਿਲਦੀਆਂ ਵਾ। ਮੈਂ ਪਿੱਛੇ ਜੇ ਵੇਖ ਰਿਹਾ ਸੀ, ਆਪਣੀ ਇੱਕ ਚੰਗੀ ਖਿਡਾਰਨ ਰਹੀ ਆ, ਸ਼ੂਟਰ ਰਹੇ ਆ ਲੜਕੀ ਅਵਨੀਤ ਸਿੱਧੂ, ਉਹ ਇਸ ਵੇਲੇ ਪੰਜਾਬ ਦੇ ਵਿੱਚ ਭਰਤੀ ਹੋਏ DSP, ਹੌਲੀ ਹੌਲੀ ਪ੍ਰਮੋਸ਼ਨ ਲੈ ਕੇ ਹੁਣ ਇਸ ਵੇਲੇ ਉਹ SSP ਲੱਗੇ ਹੋਏ ਆ। ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੇ ਇਹੋ ਜਿਹੇ ਨੌਜਵਾਨ ਜਿਹੜੇ ਨੇ ਉਹ ਉੱਚੀਆਂ ਪਦਵੀਆਂ 'ਤੇ ਲੱਗਦੇ ਆ। ਸੋ ਇਸ ਤਰ੍ਹਾਂ ਪਲੇਅਰਾਂ ਨੂੰ ਮੇਰਾ ਖਿਆਲ ਆ ਬੜਾਵਾ ਦੇਣ ਵਾਸਤੇ ਸਾਨੂੰ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਵਾ ਔਰ ਪ੍ਰੋਪਰ ਟ੍ਰੇਨਿੰਗ ਤੋਂ ਬਾਅਦ ਬਹੁਤੇ ਪਲੇਅਰ ਜਦੋਂ ਨੌਕਰੀ ਲੈਂਦੇ ਆ ਉਹਨਾਂ ਨੂੰ ਕੋਚ ਹੀ ਲਾਉਣਾ ਚਾਹੀਦਾ ਵਾ, ਪਰ ਜੇ ਉਹ ਦੂਜਾ ਕੰਮ ਕਰਨਾ ਚਾਹੁਣ ਤਾਂ ਉਹਦੇ ਲਈ ਪ੍ਰੋਪਰ ਟ੍ਰੇਨਿੰਗ ਜ਼ਰੂਰੀ ਆ। ਇਹ ਨਾ ਹੋਵੇ ਬਿਨਾਂ ਟ੍ਰੇਨਿੰਗ ਦੇ ਤੁਸੀਂ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਲਾ ਦਿੱਤਾ ਜਾਵੇ। ਦੇਖਦੇ ਆ ਸਾਡੇ ਅਗਲੇ ਕਾਲਰ ਅੱਜ ਵਾਲੇ ਮਸਲੇ 'ਤੇ, ਜਿਹੜਾ ਖੇਲੋ ਇੰਡੀਆ ਯੂਥ ਗੇਮਸ ਦੇ ਵਿੱਚ ਪੰਜਾਬ ਦਾ ਮਾੜਾ ਪਰਫਾਰਮੈਂਸ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਆ, ਕੀ ਕਰਨ ਦੀ ਲੋੜ ਆ, ਕਿਵੇਂ ਖੇਡਾਂ ਦੇ ਵਿੱਚ ਆਪਾਂ ਦੁਬਾਰਾ ਹੌਲੀ ਹੌਲੀ ਉੱਤੇ ਆ ਸਕਦੇ ਆ। ਜੋ ਪੰਜਾਬ ਦੀ ਪੋਜੀਸ਼ਨ ਸੀ ਕਿਸੇ ਵੇਲੇ, ਉਹ ਇਸ ਵੇਲੇ ਹਰਿਆਣੇ ਦੀ ਪੋਜੀਸ਼ਨ ਆ। ਜਿਹੜੀਆਂ ਇਹ ਖੇਲੋ ਇੰਡੀਆ ਯੂਥ ਗੇਮਸ ਹੋਈਆਂ ਵਾ, ਇਹ 5ਵਾਂ ਐਡੀਸ਼ਨ ਸੀ ਇਸ ਸਾਲ। ਜ਼ਿਆਦਾਤਰ ਮਹਾਰਾਸ਼ਟਰ ਉੱਤੇ ਰਿਹਾ, 5 ਚੋਂ 3 ਵਾਰੀ ਮਹਾਰਾਸ਼ਟਰ ਉੱਤੇ ਤੇ 2 ਵਾਰੀ ਹਰਿਆਣਾ ਉੱਪਰ ਰਿਹਾ। ਜਦੋਂ 2018 'ਚ ਗੇਮਾਂ ਸ਼ੁਰੂ ਹੋਈਆਂ ਤੇ ਹਰਿਆਣਾ ਨੰਬਰ 1 'ਤੇ ਸੀ, ਉਸ ਤੋਂ ਬਾਅਦ ਮਹਾਰਾਸ਼ਟਰ ਨੰਬਰ 1 'ਤੇ ਰਿਹਾ। 2022 ਦੇ ਵਿੱਚ ਮੇਰੇ ਖਿਆਲ ਹਰਿਆਣਾ ਉੱਪਰ ਸੀ। ਸੋ ਇਸ ਕਰਕੇ ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, 2-3 ਸਟੇਟਾਂ ਵਾ ਜਿਹੜੀਆਂ ਲਗਾਤਾਰ ਚੰਗਾ ਪਰਫਾਰਮੈਂਸ ਦੇ ਰਹੀਆਂ ਵਾ। ਉੜੀਸਾ ਦੇ ਵਿੱਚ ਨਵੀਨ ਪਟਨਾਇਕ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਵਾ, ਸਪੈਸ਼ਲੀ ਹਾਕੀ ਨੂੰ ਬੜਾਵਾ ਦੇਣ ਵਾਸਤੇ, ਔਰ ਕਮਾਲ ਕਰਤੀ ਉਹਨਾਂ ਨੇ। ਪਿੱਛੇ ਜੇ ਵਰਲਡ ਕੱਪ ਹਾਕੀ ਉੱਥੇ ਆਰਗੇਨਾਈਜ਼ ਕੀਤੀ ਗਈ ਔਰ ਮੈਨੂੰ ਲੱਗਦਾ ਵਾ ਕਿਸੇ ਦਿਨ ਨੂੰ ਜਿਵੇਂ ਪੰਜਾਬ ਦੀ ਹਾਕੀ ਦੇ ਵਿੱਚ ਟੌਪ ਦੀ ਪੋਜੀਸ਼ਨ ਸੀ, ਉਹ ਮੇਰੇ ਖਿਆਲ ਉੜੀਸਾ ਦੀ ਕਿਸੇ ਦਿਨ ਟੌਪ ਦੀ ਪੋਜੀਸ਼ਨ ਬਣੇਗੀ।
ਮਿਸਕੀ ਗੁਪਤਾ ਹੋਣਾ ਦਾ ਵੀ ਕਮੈਂਟ ਆਇਆ ਵਾ, ਕਹਿ ਰਹੇ ਨੇ ਯੁਵਕ ਸੇਵਾਵਾਂ ਵਿਭਾਗ ਲਗਭਗ ਖਤਮ ਕਰ ਦਿੱਤਾ ਵਾ, ਸਪੋਰਟਸ ਕਲੱਬਾਂ ਵਿੱਚ ਰਾਜਨੀਤੀ ਵੜ ਗਈ ਆ। ਸਪੋਰਟਸ ਕਲੱਬ ਤੇ ਮੈਂ ਵੇਖਿਆ ਜੀ, ਮੈਂ ਆਪਣੇ ਜਦੋਂ ਖਰੜ ਹਲਕੇ ਦਾ ਮੈਂ MLA ਸੀਗਾ, ਅਸੀਂ ਵੀ ਬੜੀਆਂ ਕਿੱਟਾਂ ਵੰਡੀਆਂ ਵਾ। ਮੈਂ 2-3 ਹਜ਼ਾਰ ਦੀ ਇੱਕ ਵਾਲੀਬਾਲ, ਫੁੱਟਬਾਲ, ਵਾਲੀਬਾਲ ਨੈੱਟ ਵਗੈਰਾ ਦੇਣ ਜਾਂਦਾ ਸੀ, ਜਿੰਨੀ ਇੱਕ ਮੇਰੀ ਹੈਸੀਅਤ ਸੀ। ਆਪਣੇ ਕੋਲੋਂ ਜਾਂ ਆਪਣੇ ਦੋਸਤਾਂ ਤੋਂ ਪੈਸਾ ਲੈ ਕੇ ਅਸੀਂ ਇਹ ਕੰਮ ਕਰਦੇ ਰਹੇ। ਕੁਝ NRIs ਨੇ ਵੀ ਕਈ ਵਾਰ ਮਦਦ ਕੀਤੀ ਆ। ਮੈਂ ਬਹੁਤ ਪਿੰਡਾਂ ਦੇ ਵਿੱਚ, ਮੇਰੇ ਖਿਆਲ ਘੱਟੋ ਘੱਟ 100 ਪਿੰਡਾਂ ਦੇ ਵਿੱਚ ਇਹ ਕਿੱਟਾਂ ਵੰਡੀਆਂ ਹੋਣੀਆਂ ਵਾ। ਔਰ ਮੈਂ ਵੇਖਿਆ ਵਾ ਕਿ ਅਸੀਂ ਦੇਣਾ ਚਾਹੁੰਦੇ ਸੀ ਕਿੱਟਾਂ, ਕਈ ਕਲੱਬ ਹੀ ਹੈ ਨਹੀਂ ਸੀ ਪਿੰਡਾਂ ਦੇ ਵਿੱਚ। ਇਹ ਹਾਲਤ ਇਸ ਵੇਲੇ ਬਣੀ ਹੋਈ ਹੈ। ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਹਾਂ ਅਗਲੇ ਕਾਲਰ ਕੀ ਵਿਚਾਰ ਸਾਂਝਾ ਕਰਨਾ ਚਾਹੁੰਦੇ। ਮੈਂ ਫਿਰ ਗੁਜ਼ਾਰਿਸ਼ ਕਰੂੰਗਾ ਕਿ ਜੇ ਸਪੋਰਟਸਮੈਨ ਕੋਚਿਸ ਖੁਦ ਕਾਲ ਕਰਕੇ ਦੱਸਣ ਸਾਨੂੰ ਵੀ ਕੀ ਦਿੱਕਤਾਂ ਵਾ, ਕੀ ਕਰਨ ਦੀ ਲੋੜ ਹੈ, ਤਾਂ ਬਹੁਤ ਮੈਨੂੰ ਖੁਸ਼ੀ ਹੋਊਗੀ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਸ਼ੇਰਗਿੱਲ ਜੀ, ਤੁਸੀਂ ਮੋਹਾਲੀ ਤੋਂ ਸਾਡੇ ਨਾਲ ਜੁੜੇ ਜੇ। ਮਿਸਕੀ ਗੁਪਤਾ ਨੇ ਮੋਹਾਲੀ ਬਾਰੇ ਗੱਲ ਕੀਤੀ ਵੀ ਜਿਹੜੇ ਸਪੋਰਟਸ ਸਟੇਡੀਅਮ ਆ ਉੱਥੇ ਘਾਹ ਉੱਗਿਆ ਵਾ, ਕੀ ਇਹ ਠੀਕ ਹੈ ਗੱਲ? ਸਰ ਘਾਹ ਹੀ ਉੱਗਣਾ ਜੀ। ਜਦ MLA ਟਰੱਕ ਡਰਾਈਵਰ ਬਣਾ ਦੋਗੇ, ਸ਼ਹਿਰ ਦਾ ਮੇਅਰ ਟਰੱਕ ਡਰਾਈਵਰ ਬਣਾ ਦੋਗੇ ਜੀ, ਜਿਹਨਾਂ ਦਾ ਧਿਆਨ ਹੀ ਲੁੱਟਣ ਵੱਲ ਹੁੰਦਾ, ਫਿਰ ਉੱਥੇ ਤਾਂ ਸਰ ਘਾਹ ਹੀ ਉੱਗਣਾ। ਮੋਹਾਲੀ ਦੀ ਸੜਕਾਂ 'ਚ ਤਾਂ ਖੱਡੇ ਪਏ ਨੇ, ਠੀਕ ਹੈ ਜੀ, ਬੁਰਾ ਦਾ ਹਾਲ ਹੈ। ਇੱਕ ਸੈਂਟਰ ਰੋਡ ਪੱਟਿਆ ਹੋਇਆ 3 ਸਾਲ ਤੋਂ ਉੱਤੇ ਹੋ ਗਏ, ਉਹ ਇਹਨਾਂ ਕੋਲ ਲੋਟ ਆ ਰਿਹਾ ਹੈ। ਇਹ ਸਰ ਜਿਹੜੀ ਪੋਲਿਟਿਕਸ ਹੈ, ਇਹਨਾਂ ਨੇ ਗੇਮਾਂ ਦਾ ਵੀ ਬੇੜਾ ਕਰ ਕੀਤਾ। ਜਿਹੜੇ ਬੱਚੇ ਆਪਣਾ ਘਰ ਖਾ ਕੇ ਆ ਕੇ ਪ੍ਰੈਕਟਿਸ ਕਰਕੇ ਆਉਂਦੇ ਨਾ ਅੱਗੇ, ਇਹ ਉਹਨਾਂ ਦੇ ਗਾਂ ਸਿਲੈਕਸ਼ਨ ਵੇਲੇ ਇਹਨਾਂ ਦਾ ਸ਼ੋਸ਼ਣ ਹੁੰਦਾ। ਇਹ ਮੈਂ ਦੇਖਿਆ ਜੀ, ਮੈਂ ਇੱਕ ਸਪੋਰਟਸ ਦੇ ਫੀਲਡ ਦੇ ਵਿੱਚ ਰਿਹਾ। ਉੱਥੇ ਜਦੋਂ ਸਿਲੈਕਸ਼ਨ ਹੁੰਦੀ ਹੈ ਉਦੋਂ ਪੈਸੇ ਵੀ ਲੈ ਜਾਂਦੇ ਨੇ ਖਿਡਾਰੀਆਂ ਤੋਂ, ਹੈ ਵੀ ਹੁਣ ਬਾਹਰਲੀ ਕੰਟਰੀ, ਫਲਾਣੀ ਕੰਟਰੀ ਬਈ ਜਾਣਾ ਇਹ ਗਰੁੱਪ ਖੇਡਣ ਵਾਸਤੇ, ਹੈ ਵੀ ਜਿਹੜੇ ਲਾਉਣਾ ਆਪਣੇ ਪਾਸਪੋਰਟ ਲਿਆਓ, ਹੈ ਉੱਥੇ ਵੀ ਇਹਨਾਂ ਨੂੰ ਵੇਚਿਆ ਜਾਂਦਾ ਜੀ। ਇਹ ਤਾਂ ਸਰ ਪੋਲਿਟਿਕਸ ਦਾ ਬਹੁਤ ਗੰਦ ਪਾਇਆ। ਮੈਂ ਅੱਜ ਆਪਣਾ ਅਮੀਰ ਸਿੰਘ ਦੀ ਗੱਲ ਨਾਲ ਸਹਿਮਤ ਹੈ ਵੀ ਇਹਨਾਂ ਨੇ ਗੋਲੀ ਮਾਰਨੀ ਚਾਹੀਦੀ ਨਸ਼ਿਆਂ ਦੇ। ਤੁਸੀਂ DSP ਸੇਖੋਂ ਦੀ ਰਿਪੋਰਟ ਸੁਣੋ ਸਰ। ਇੱਕ IPS 3 IPS ਅਫਸਰ ਇਨਵੋਲਵ ਨੇ ਨਸ਼ਿਆਂ ਦੇ ਵਿੱਚ। ਇੱਕ IPS ਅਫਸਰ ਨੂੰ ਚੀਫ ਲਾਤਾ NI ਦਾ, ਹੈ ਸਰ ਉਹਦੇ ਵਿੱਚ ਮੰਤਰੀ ਇਨਵੋਲਵ ਨੇ। ਇੱਕ ਆਪਣਾ ਜੱਜ ਆਪਣਾ ਸੁਪਰੀਮ ਕੋਰਟ ਦੇ ਵਿੱਚ ਲਾਤਾ ਹੈ। ਸਰ ਇੱਥੇ ਨਸ਼ਾ ਫਿਰ ਭਗਵੰਤ ਮਾਨ ਦੀ ਕੀ ਜ਼ਰੂਰਤ ਹੈ ਵੀ ਕਿਹਦਾ ਵੈਸੇ ਨਸ਼ਾ ਖਤਮ ਹੋ ਜਾਊਗਾ, ਆਮ ਬੰਦੇ ਦੀ ਕੀ ਜ਼ਰੂਰਤ ਹੈ ਵੀ ਨਸ਼ਾ ਖਤਮ ਹੋ ਜਾਊਗਾ, ਆਮ ਪੁਲਿਸ ਮੁਲਾਜ਼ਮ ਦੀ ਕੀ ਜ਼ਰੂਰਤ ਹੈ ਵੀ ਨਸ਼ਾ ਖਤਮ ਹੋ ਜਾਊਗਾ। ਜਾਂ ਡਰੱਗ ਦੇ ਵਿੱਚ IPS ਅਫਸਰ DGP ਲੈਵਲ ਦੇ ਇਨਵੋਲਵ ਹੈ। ਦੇਖੋ ਕਹਿੰਦਾ ਵੀ ਜੇ ਹੁਣ ਜਿਹੜੀ ਕੱਲ੍ਹ ਨੂੰ ਰਿਪੋਰਟ ਖੋਲਣੀ ਹੈ ਨਾ ਵੀ ਜੇ ਉਹ ਬਦਲ ਦਿੱਤੀ ਗਈ, ਕਹਿੰਦਾ ਮੈਂ ਪੜ੍ਹੀ ਹੋਈ ਹੈ, ਕਹਿੰਦਾ ਅਸੀਂ ਕੱਪੜੇ ਖੋਲ ਕੇ ਹਾਈ ਕੋਰਟ ਦੇ ਮੂਹਰੇ ਪ੍ਰਦਰਸ਼ਨ ਕਰਨਾ। ਇਹ ਹਾਲਾਤ ਪਹੁੰਚ ਕੇ ਦੇਖਦੇ ਸਟੇਟ ਦੇ। ਹੁਣ ਤੁਸੀਂ ਮੈਨੂੰ ਦੱਸੋ ਵੀ ਕਿਵੇਂ ਖਿਡਾਰੀ ਪੈਦਾ ਹੋਣਗੇ, ਹੈ ਕਿਵੇਂ ਮਾਵਾ ਸ਼ੇਰ ਜੰਮਣਗੀਆਂ। ਇਹ ਸਾਰਾ ਇੱਕ ਚਿੰਤਾ ਦਾ ਵਿਸ਼ਾ। ਥੈਂਕ ਯੂ ਸਰ। ਥੈਂਕ ਯੂ ਸ਼ੇਰਗਿੱਲ ਜੀ, ਵਾਕਈ ਚਿੰਤਾ ਦਾ ਵਿਸ਼ਾ ਵਾ ਜੋ ਹਾਲਾਤ ਬਣੇ ਨੇ। ਕੀ ਕਰਨ ਬੱਚੇ ਵੀ, ਲੇਕਿਨ ਕਿਸੇ ਨੂੰ ਵੀ ਗੋਲੀ ਮਾਰ ਦੇਣੀ ਸ਼ਾਇਦ ਕੋਈ ਇਲਾਜ ਨਹੀਂ। ਆਪਾਂ ਨੂੰ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਨੀ ਪਊਗੀ। ਆਪਾਂ ਕੋਈ ਅਧਿਕਾਰ ਨਹੀਂ ਆਪਾਂ ਨੂੰ ਕਿਸੇ ਨੂੰ ਵੀ ਗੋਲੀ ਮਾਰਨ ਦਾ। ਹਾਂ, ਸਖਤੀ ਜ਼ਰੂਰ ਕਰਨੀ ਚਾਹੀਦੀ ਹੈ ਵੀ ਜ਼ਰੂਰਤ ਨਾ ਕਵੇ ਕਿਸੇ ਦੀ ਪਵੇ ਇਹ ਨਸ਼ੇ ਵੇਚਣ ਦੀ। ਐਗਜ਼ੈਂਪਲਰੀ ਪਨਿਸ਼ਮੈਂਟਸ, ਜਿਵੇਂ ਬਾਹਰਲੇ ਮੁਲਕਾਂ ਅਮਰੀਕਾ ਦੇ ਵਿੱਚ ਜਦੋਂ ਸਜ਼ਾ ਹੁੰਦੀ ਹੈ ਤਾਂ ਉਹ ਦੱਸਦੇ ਜੀ 80 ਸਾਲ ਦੀ ਸਜ਼ਾ, 150 ਸਾਲ ਦੀ ਸਜ਼ਾ। ਸੋ ਇਹੋ ਜਿਹੀ ਸਜ਼ਾ ਜੋ ਅਨਾਊਂਸ ਹੋ ਗਈ ਤਾਂ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਤਾਂ ਕੰਮ ਖਰਾਬ ਆ, ਇਹ ਪਰੋਲ ਪਰਾਲ ਤਾਂ ਮਿਲਣੀ ਨਹੀਂ ਗੀ। ਪਰ ਕੀ ਕਰੀਏ, ਇੱਥੇ ਜਿਹੜੇ ਰਸੂਖ ਵਾਲੇ ਲੋਕ ਨੇ ਉਹ ਹਰ ਦਿਨ ਹੀ ਪਰੋਲ ਲੈ ਲੈਂਦੇ ਆ। ਇੰਦਰਜੀਤ ਸਿੰਘ ਉਮਰਪੁਰੀ ਕਹਿ ਰਹੇ ਨੇ 10-15 ਸਾਲ ਪਹਿਲਾਂ ਹਰ ਇਲਾਕੇ ਦੇ ਵਿੱਚ ਪਿੰਡ ਕਬੱਡੀ ਦੀ ਟੀਮ ਹੁੰਦੀ ਸੀ। ਬਿਲਕੁਲ ਹੁੰਦੀ ਸੀ ਜੀ। ਮੈਨੂੰ ਯਾਦ ਆ ਇੱਕ ਸੱਜਣ ਨੇ, ਪੱਡਾ ਸਾਹਿਬ ਨਾਰਵੇ 'ਚ ਰਹਿੰਦੇ ਆ, ਮੈਂ ਨਾਰਵੇ 'ਚ ਇੱਕ ਵਾਰੀ ਗਿਆ ਸੀ। ਮੈਂ ਉਹਨਾਂ ਨੇ ਮੇਜ਼ਬਾਨੀ ਵੀ ਮੈਂ ਉਹਨਾਂ ਦੀ ਇੰਜੋਏ ਕੀਤੀ। ਔਰ ਉਹ ਹਰ ਸਾਲ ਇੱਕ ਕਪੂਰਥਲੇ ਦੇ ਕੋਲ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ। ਮੇਰੇ ਖਿਆਲ ਗੁਰਦਿਆਲ ਸਿੰਘ ਪੱਡਾ ਉਹਨਾਂ ਦਾ ਨਾਂ ਸੀ। ਮੈਂ ਉਹ ਟੂਰਨਾਮੈਂਟ ਵੀ ਇੱਕ ਵਾਰੀ ਵੇਖਣ ਗਿਆ। 50-60-70 ਹਜ਼ਾਰ ਲੋਕੀ ਆਉਂਦੇ ਸੀ, ਬੜਾ ਪੈਸਾ ਖਰਚਦੇ ਸੀ। ਮੇਰੇ ਖਿਆਲ 30-40 ਲੱਖ ਰੁਪਈਆ ਉਹਨਾਂ ਦਿਨਾਂ 'ਚ ਉਹ ਖਰਚਦੇ ਹੁੰਦੇ ਸੀਗੇ। ਪਤਾ ਨਹੀਂ ਹੁਣ ਟੂਰਨਾਮੈਂਟ ਚੱਲਦਾ ਕਿ ਨਹੀਂ ਚੱਲਦਾ। ਔਰ ਉੱਥੇ ਸਾਰੇ ਪੰਜਾਬ ਦੀਆਂ ਟੀਮਾਂ ਕਬੱਡੀ ਦੀਆਂ ਆਉਂਦੀਆਂ ਹੁੰਦੀਆਂ ਸੀ। ਇਸ ਤਰ੍ਹਾਂ ਦੇ ਕਈ ਹੋਰ ਟੂਰਨਾਮੈਂਟ ਵੀ ਤੁਸੀਂ ਵੇਖਿਆ ਵਾ ਹੁੰਦੇ ਸੀ, ਪਰ ਹੌਲੀ ਹੌਲੀ ਇਹ ਖਤਮ ਹੋ ਰਿਹਾ। ਬੜੇ ਅਫਸੋਸ ਦੀ ਗੱਲ ਹੈ। ਹਰਭਵਿੰਦਰ ਸਿੰਘ ਤੂਰ ਦਾ ਕਮੈਂਟ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਰਭਵਿੰਦਰ ਸਿੰਘ ਤੂਰ ਨੇ ਕਿਹਾ ਵਾ ਬੱਚਿਆਂ ਨੂੰ ਖੇਡਾਂ ਦੀ ਟ੍ਰੇਨਿੰਗ ਛੋਟੀ ਕਲਾਸ ਤੋਂ ਹੀ ਦੇਣੀ ਸ਼ੁਰੂ ਕਰਨੀ ਚਾਹੀਦੀ ਆ। ਚੰਗੇ ਕੋਚਾਂ ਨੂੰ ਵੀ ਹਾਇਰ ਕਰਨਾ ਚਾਹੀਦਾ ਵਾ। ਬਾਕੀ ਜੇ ਖੇਡਾਂ ਦੇ ਉਪਰਾਲੇ ਅਧਿਕਾਰੀ ਸੰਬੰਧਿਤ ਗੇਮਾਂ ਦੇ ਮਾਹਿਰ ਹੋਣੇ ਚਾਹੀਦੇ ਨੇ। ਬਿਲਕੁਲ ਸਹੀ ਗੱਲ ਹੈ ਜੀ। ਵੈਦ ਠੱਡੂ ਰਾਮ ਸਰਪੰਚ ਦਾ ਕਮੈਂਟ ਆਇਆ ਵਾ। ਉਹ ਕਹਿ ਰਹੇ ਨੇ ਮੇਰੇ ਪਿੰਡ ਦਾ ਖੇਡਾਂ ਦੇ ਤੌਰ ਸੂਬੇਦਾਰ ਭਰਤੀ ਹੋਇਆ ਸੀ। ਮੇਰੇ ਪਿੰਡ ਦਾ ਖੇਡਾਂ ਦੇ ਜ਼ਰੀਏ ਸੂਬੇਦਾਰ ਭਰਤੀ ਹੋਇਆ ਸੀ। ਸਰਕਾਰ ਨੂੰ ਚਾਹੀਦਾ ਹੈ ਖੇਡਾਂ ਨੂੰ ਸਰਕਾਰੀ ਨੌਕਰੀਆਂ ਜ਼ਰੂਰ ਦੇਣ, ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਜ਼ਰੂਰ ਦੇਣ। ਬਿਲਕੁਲ ਜੀ, ਦੇਣੀਆਂ ਚਾਹੀਦੀਆਂ ਵਾ।
ਪਾਲੀ ਗਿੱਦਰਬਾ ਕਹਿ ਰਹੇ ਨੇ ਬਹੁਤ ਮਾੜਾ ਹਾਲ ਹੈ ਪੰਜਾਬ ਵਿੱਚ ਸਪੋਰਟਸ ਦਾ, ਪ੍ਰਾਇਮਰੀ ਸਕੂਲਾਂ ਵਿੱਚੋਂ ਹੀ ਮਾਹੌਲ ਬਣਾਉਣਾ ਪੈਣਾ ਵਾ, ਜੋ ਬਾਕੀ ਤੂਰ ਸਾਹਿਬ ਨੇ ਵੀ ਕਿਹਾ ਵਾ। ਵਾਕਈ ਛੋਟੀ ਉਮਰ ਤੋਂ ਮਾਹੌਲ ਬਣਾਵਾਂਗੇ ਤਾਂ ਦੀ ਗੱਲ ਬਣਨੀ ਹੈ। ਦਵਿੰਦਰ ਲੋਪੋਂ ਦਾ ਕਮੈਂਟ ਹੈ ਕਿ ਸ਼ਾਮ ਨੂੰ ਹੁਣ ਵੀ ਬਹੁਤ ਪਿੰਡਾਂ ਵਿੱਚ ਗਰਾਊਂਡਾਂ ਵਿੱਚ ਰੌਣਕਾਂ ਲੱਗਦੀਆਂ ਹਨ, ਲੋੜ ਹੈ ਉਹਨਾਂ ਨੂੰ ਸਾਂਭਣ ਦੀ ਔਰ ਧਿਆਨ ਦੇਣ ਦੀ। ਬੜੇ ਘੱਟ ਪਿੰਡ ਨੇ ਦਵਿੰਦਰ ਲੋਪੋ ਜੀ, ਪਤਾ ਨਹੀਂ ਤੁਸੀਂ ਕਿੱਥੇ ਵੇਖ ਆਏ ਵੀ ਬਹੁਤ ਪਿੰਡਾਂ 'ਚ ਰੌਣਕਾਂ ਲੱਗਦੀਆਂ ਵਾ। ਮੈਂ ਤੇ ਪਿੰਡਾਂ ਦੇ ਵਿੱਚ ਸ਼ਾਮ ਨੂੰ ਬਹੁਤ ਘੱਟ ਥਾਵਾਂ 'ਤੇ ਰੌਣਕਾਂ ਵੇਖੀਆਂ ਵਾ, ਨਹੀਂ ਤੇ ਅੱਗੇ ਹਰ ਪਿੰਡ ਦੇ ਵਿੱਚ ਸ਼ਾਮ ਨੂੰ ਔਰ ਦੇਰ ਸ਼ਾਮ ਤੱਕ ਬੱਚੇ ਘਰ ਨਹੀਂ ਸੀ ਜਾਂਦੇ ਤੇ ਘਰ ਦੇ ਆਵਾਜ਼ਾਂ ਮਾਰਦੇ ਹੁੰਦੇ ਸੀ ਵੀ ਆ ਜਾਓ ਹਨੇਰਾ ਹੋ ਗਿਆ ਵਾ, ਪਰ ਉਹ ਬੱਚੇ ਜਿਹੜੇ ਨੇ ਉਹ ਸੋਚਦੇ ਸੀ ਵੀ ਚਲੋ ਇੱਕ ਹੋਰ ਜਿਹੜੀ ਆ ਇੱਕ ਹੋਰ ਗੇਮ ਲਾ ਲਈਏ। ਸੋ ਇਸ ਕਰਕੇ ਬੜਾ ਮਾਹੌਲ ਹੁੰਦਾ ਸੀ ਔਰ ਹੌਲੀ ਹੌਲੀ ਉਹ ਮਾਹੌਲ ਜਿਹੜਾ ਵਾ ਉਹ ਖਤਮ ਹੋ ਰਿਹਾ ਵਾ। ਜਸਵਿੰਦਰ ਚਾਹਲ ਦਾ ਵੀ ਕਮੈਂਟ ਆਇਆ ਕਿ ਦੇਸੀ ਬੀਜ ਜਿਹੜੇ ਆਪਣੇ ਦਾਦੇ ਪੜਦਾਦੇ ਦੇ ਟਾਈਮ ਹੁੰਦੇ ਸਨ ਉਹ ਖਤਮ ਕਰਕੇ ਹਾਈਬ੍ਰਿਡ ਜੋ ਬੀਜ ਆ ਗਏ ਆ ਉਹਨਾਂ ਨਾਲ ਔਰ ਨਕਲੀ ਦੁੱਧ ਦੇ ਨਾਲ ਜਵਾਨੀ ਜਿਹੜੀ ਆ ਖਤਮ ਹੋ ਰਹੀ ਆ ਔਰ ਪੰਜਾਬ ਦੀ ਮਿੱਟੀ ਵੀ ਤਾਕਤ ਗਵਾ ਚੁੱਕੀ ਹੈ। ਪਤਾ ਨਹੀਂ ਜੀ, ਫਸਲ ਤੇ ਚੰਗੀਆਂ ਹੁੰਦੀਆਂ ਵਾ ਜਸਵਿੰਦਰ ਚਾਹਲ ਜੀ, ਫਸਲਾਂ ਤੇ ਮੇਰੇ ਖਿਆਲ ਕਾਫੀ ਹੋ ਰਹੀਆਂ ਵਾ, ਪਤਾ ਨਹੀਂ ਹੁਣ ਇਹ ਖਾਦਾਂ ਨਾਲ ਹੋ ਰਹੀਆਂ ਜਾਂ ਕਿੱਦਾਂ, ਪਰ ਇਹ ਤਾਂ ਨਹੀਂ ਕਹਿ ਸਕਦੇ ਵੀ ਵਾਕਈ ਮਿੱਟੀ ਜ਼ਮੀਨ ਦੀ ਮਿੱਟੀ ਦੀ ਤਾਕਤ ਖਤਮ ਹੋ ਗਈ ਆ। ਮਿਸਕੀ ਗੁਪਤਾ ਕਹਿ ਰਹੇ ਨੇ ਵਿਦੇਸ਼ਾਂ ਵਿੱਚ ਪ੍ਰਿੰਸੀਪਲ ਕਿਵੇਂ ਚੁਣੇ, ਰਾਜਪਾਲ ਪੁਰੋਹਿਤ ਨੇ ਜਵਾਬ ਮੰਗਿਆ ਵਾ, ਉਹ ਇੱਕ ਵੱਖਰਾ ਮਸਲਾ ਜੀ, ਉਹਦੇ ਬਾਰੇ ਮਿਸਕੀ ਗੁਪਤਾ ਜੀ ਆਪਾਂ ਫਿਰ ਗੱਲ ਕਰਾਂਗੇ। ਅੱਜ ਮਸਲਾ ਹੈ ਖੇਡਾਂ ਦਾ ਔਰ ਆਪਾਂ ਖੇਡਾਂ ਦੇ ਬਾਰੇ ਹੀ ਅੱਜ ਗੱਲ ਕਰਾਂਗੇ। ਹਰਭਵਿੰਦਰ ਸਿੰਘ ਤੂਰ ਦਾ ਤਾਜ਼ਾ ਕਮੈਂਟ ਆਇਆ ਵਾ, ਉਹ ਕਹਿ ਰਹੇ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਫੁੱਟਬਾਲ, ਕਬੱਡੀ ਤੇ ਵਾਲੀਬਾਲ ਸ਼ੂਟਿੰਗ ਦੀਆਂ ਟੀਮਾਂ ਹਨ। ਮੈਂ ਵੀ ਫੁੱਟਬਾਲ ਖੇਡੀ ਹੈ, ਹਰ ਸਾਲ 3 ਦਿਨਾਂ ਦਾ ਟੂਰਨਾਮੈਂਟ ਵੀ ਹੁੰਦਾ ਸੀ, ਹੁਣ ਵੀ ਹੁੰਦਾ ਹੈ। ਬਹੁਤ ਅੱਛੀ ਗੱਲ ਹੈ ਤੂਰ ਸਾਹਿਬ। ਕਿਹੜਾ ਪਿੰਡ ਹੈ ਤੁਹਾਡਾ? ਮੈਂ ਚਾਹੂੰਗਾ ਕਿ ਇਸ ਪਿੰਡ ਦੀ ਗੱਲ ਕਰੀਏ, ਜਿੱਥੇ ਚੰਗਾ ਕੰਮ ਹੋ ਰਿਹਾ ਉਸ ਪਿੰਡ ਦੀ ਗੱਲ ਕਰਨੀ ਚਾਹੀਦੀ ਹੈ, ਜਿੱਥੇ ਕੋਈ ਚੰਗੀ ਪੰਚਾਇਤ ਕੰਮ ਕਰ ਰਹੀ ਹੈ ਪੰਚਾਇਤ ਦੀ ਗੱਲ ਕਰਨੀ ਚਾਹੀਦੀ ਹੈ, ਜਿੱਥੇ ਕੋਈ ਚੰਗਾ MLA ਕੰਮ ਕਰ ਰਿਹਾ ਉਹਦੀ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਲੋਕੀ ਜਿਹੜੇ ਨੇ ਉਹਨਾਂ ਦਾ ਉਹ ਪ੍ਰੇਰਨਾ ਬਣ ਔਰ ਲੋਕੀ ਉਹਨਾਂ ਵੱਲ ਵੇਖ ਕੇ ਚੰਗਾ ਕੰਮ ਕਰਨ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੌਂਟਰੀਅਲ ਤੋਂ ਮੁਲਤਾਨੀ ਬੋਲਦਾ ਜੀ। ਹਾਂਜੀ ਮੁਲਤਾਨੀ ਜੀ, ਸਵਾਗਤ ਹੈ। ਬੜੇ ਦਿਨਾਂ ਬਾਅਦ ਤੁਸੀਂ ਮੌਂਟਰੀਅਲ ਤੋਂ ਸਾਨੂੰ ਯਾਦ ਕੀਤਾ। ਮੇਰੇ ਖਿਆਲ ਠੰਡ ਪਈ ਸੀ ਤੁਹਾਡੇ ਉੱਥੇ ਜ਼ਿਆਦਾ। ਹਾਂਜੀ, ਲਾਸਟ ਵੀਕ ਮੈਂ ਫੋਨ ਆ ਰਿਹਾ, ਅੱਧਾ ਘੰਟੇ ਬਾਅਦ ਤੁਸੀਂ ਫੋਨ ਤੁਹਾਡਾ ਟਾਈਮ ਹੋ ਗਿਆ ਸੀਗਾ ਇਸ ਕਰਕੇ। ਹਾਂਜੀ ਤੇ ਸਭ ਤੋਂ ਵੱਡਾ ਚਲੋ ਸਰਕਾਰਾਂ ਦੇ ਤੇ ਜ਼ਿੰਮੇਵਾਰ ਹੈਗੀਆਂ ਜੀ ਸਾਰੀਆਂ ਹੀ, ਚਲੋ ਇਹਨਾਂ ਦਾ ਅਜੇ ਪਤਾ ਨਹੀਂ ਕੀ ਬਣਨਾ। ਸਭ ਤੋਂ ਪਹਿਲਾਂ ਮਾਂ ਪਿਓ ਦਾ ਕਸੂਰ ਹੈ ਜੀ, ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਆ, ਵੀਡੀਓ ਗੇਮਾਂ ਲਾ ਕੇ ਦਿੰਦੇ ਆ, ਇਹਨਾਂ ਨੂੰ ਦੇਖੋ ਐਨਕਾਂ ਕਿੱਦਾਂ ਲੱਗੀਆਂ। ਮੁਲਤਾਨੀ ਜੀ ਜੇ ਮੋਬਾਈਲ ਨਾ ਦੋ ਬੱਚੇ ਲੜਦੇ ਆ, ਨਾਰਾਜ਼ ਹੋ ਜਾਂਦੇ ਆ, ਕੀ ਕਰੋ? ਫਿਰ ਉਹਨਾਂ ਨੇ ਕੀ ਖੇਡਣਾ ਜੀ ਬਾਹਰ? ਉਹਨਾਂ ਦੇ ਪਾਵਰ ਹੀ ਇੰਨੀ, ਜਾਣੀ ਕਿ ਸ਼ਕਤੀ ਨਹੀਂ ਹੋਣੀ। ਮੇਰੇ ਇੱਥੇ ਚਲੋ ਜੀ ਮੈਂ ਕਹਿੰਦਾ ਨਹੀਂ, ਮੇਰੇ 3 ਬੱਚੇ ਤਾਂ ਸਿਟੀ ਨੇ ਹਾਲ ਬਣਾਇਆ, ਬਹੁਤ ਵਧੀਆ ਫੈਸਿਲਿਟੀਆਂ ਦਿੱਤੀਆਂ। ਤਿੰਨਾਂ ਨੂੰ ਸਵੀਮਿੰਗ ਲੈ ਕੇ ਦਿੱਤੀ ਆ, ਤਿੰਨਾਂ ਨੂੰ ਸੌਕਰ ਕਲਾਸਾਂ ਲੈ ਕੇ ਦਿੱਤੀਆਂ, ਤਿੰਨਾਂ ਨੂੰ ਸਾਈਕਲੇਟ ਜਾਣੀ ਕਿ ਤੁਸੀਂ ਪੈਸੇ ਪੇ ਕਰੀਏ $500 ਗਰਮੀਆਂ ਵਾਸਤੇ ਵੱਖਰੇ, ਵਿੰਟਰ ਵਾਸਤੇ ਐਕਟੀਵਿਟੀਆਂ ਵੱਖਰੇ ਆ। ਹੁਣ ਅੱਗੇ ਪਤਾ ਨਹੀਂ ਉਹਨਾਂ ਬਣਨਾ ਕਿ ਨਹੀਂ ਬਣਨਾ ਜੀ। ਅਸੀਂ ਆਪਣੇ ਵੱਲੋਂ ਮਾਂ ਪਿਓ ਬਣ ਕੇ ਕਰ ਰਹੇ ਹਾਂ। ਹੁਣ ਚਲੋ ਜੀ ਸਰਕਾਰਾਂ ਇੱਥੇ ਚੰਗੀਆਂ ਹੋਣ, ਦੇਖਦੇ ਆ ਜੀ 5 ਸਾਲ 'ਚ ਕੀ ਕਰਦੇ ਆ। ਸ਼ੋਰ, ਮਿਹਰਬਾਨੀ। ਦੇਖਦੇ ਆ ਆਮ ਆਦਮੀ ਪਾਰਟੀ 5 ਸਾਲ 'ਚ ਕੀ ਕਰਦੀ ਹੈ। ਵੈਸੇ ਸਾਲ ਤੇ ਲੰਘ ਗਿਆ ਵਾ ਔਰ ਇਸ ਸਾਲ ਦੇ ਵਿੱਚ ਤੇ ਪਰਫਾਰਮੈਂਸ ਅੱਗੇ ਨੂੰ ਥੱਲੇ ਗਿਆ। ਵੇਖਦੇ ਆ ਅਗਲੇ 4 ਸਾਲਾਂ 'ਚ ਪਰਫਾਰਮੈਂਸ ਉੱਥੇ ਆਉਂਦਾ ਕਿ ਨਹੀਂ ਆਉਂਦਾ। ਕ੍ਰਿਸ਼ਨ ਗੁਪਤਾ ਦਾ ਕਮੈਂਟ ਆਇਆ ਵਾ ਕਿ ਪੜ੍ਹਾਈ ਦਾ ਬੜਾ ਲੋਡ ਹੈ ਬੱਚਿਆਂ 'ਤੇ ਔਰ ਉਹਨਾਂ ਨੂੰ ਖੇਡਣ ਦਾ ਟਾਈਮ ਨਹੀਂ ਮਿਲਦਾ। ਇਹ ਵੀ ਗੱਲ ਠੀਕ ਆ। ਮੇਰੇ ਖਿਆਲ ਆ 10ਵੀਂ 10+2 ਦੇ ਜਿਹੜੀ ਸਟੇਜ ਆ ਉਹਦੇ 'ਤੇ ਬੱਚਿਆਂ ਦੀ ਮੱਤ ਮਾਰੀ ਆ। ਸਕੂਲ ਕਿਹੜੇ ਵੇਲੇ ਜਾਂਦੇ ਵਿਚਾਰੇ, ਕਿਹੜੇ ਵੇਲੇ ਵਾਪਸ ਆਉਂਦੇ ਆ, ਕਿਹੜੇ ਵੇਲੇ ਟਿਊਸ਼ਨਾਂ 'ਤੇ ਜਾਂਦੇ ਆ, ਕਿਵੇਂ ਉੱਥੋਂ ਵਾਪਸ ਆਉਂਦੇ ਆ ਔਰ ਕਿਹੜੇ ਟਾਈਮ ਖੇਡਣ। ਉਹ ਮੇਰੇ ਖਿਆਲ ਪੇਰੈਂਟਸ ਵੀ ਚਾਹੁੰਦੇ ਜੀ ਵੀ ਤੂੰ ਖੇਡਾਂ 'ਚ ਟਾਈਮ ਨਾ ਵੇਸਟ ਕਰ, ਪੜ੍ਹਾਈ 'ਚ ਚੰਗਾ ਨੰਬਰ ਆਉਣੇ ਚਾਹੀਦੇ ਆ, ਚੰਗੀ ਤਰੱਕੀ ਕਰ, ਚੰਗੀ ਨੌਕਰੀ ਤਾਦੀ ਮਿਲੂਗੀ। ਮੀਨਵਾਈਲ ਹਰਭਵਿੰਦਰ ਸਿੰਘ ਤੂਰ ਕਹਿ ਰਹੇ ਨੇ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਭਾਮੀਆਂ ਕਲਾਂ ਹੈ। ਉਹਨਾਂ ਦਾ ਆਪਣੇ ਪਿੰਡ ਬਾਰੇ ਦੱਸ ਰਹੇ। ਮੈਂ ਪੁੱਛਿਆ ਸੀ ਵੀ ਕਿਹੜਾ ਪਿੰਡ ਤੁਹਾਡਾ? ਜ਼ਿਲ੍ਹਾ ਲੁਧਿਆਣੇ 'ਚ ਆ ਪਿੰਡ ਭਾਮੀਆਂ ਕਲਾਂ। ਜ਼ੋਰਾ ਸਿੰਘ ਗਰੇਵਾਲ ਪਿੰਡ ਦੇ ਸਰਪੰਚ ਵੀ ਫੁੱਟਬਾਲ ਟੀਮ ਦੇ ਮਾਹਿਰ ਸਨ। ਸੋ ਬਹੁਤ ਚੰਗੀ ਗੱਲ ਹੈ ਜੀ। ਇਹ ਭਾਮੀਆਂ ਕਲਾਂ ਜੋ ਕਰ ਰਹੀ ਆ, ਮੇਰੇ ਖਿਆਲ ਬਾਕੀ ਪਿੰਡਾਂ ਨੂੰ ਵੀ ਭਾਮੀਆਂ ਕਲਾਂ ਨੂੰ ਵੇਖ ਕੇ ਇਹ ਸਭ ਕੁਝ ਕਰਨਾ ਚਾਹੀਦਾ ਔਰ ਜੋ ਪਿੰਡ ਦੇ ਸਰਪੰਚ ਜ਼ੋਰਾ ਸਿੰਘ ਗਰੇਵਾਲ ਜੋ ਕੰਮ ਕਰ ਰਹੇ ਨੇ ਉਹਨਾਂ ਵੱਲ ਵੇਖ ਕੇ ਬਾਕੀਆਂ ਨੂੰ ਵੀ ਜਿਹੜਾ ਵਾ ਸਬਕ ਸਿੱਖਣਾ ਚਾਹੀਦਾ ਵਾ ਔਰ ਉਹਨਾਂ ਨੂੰ ਐਮੂਲੇਟ ਕਰਨ ਦੀ ਲੋੜ ਆ।
ਜਸਵਿੰਦਰ ਚਾਹਲ ਕਹਿ ਰਹੇ ਨੇ ਪੰਜਾਬ 'ਚ ਮਿੱਟੀ ਟੈਸਟ ਕਰਾ ਕੇ ਦੇਖਿਓ ਜੀ, ਹਾਲਤ ਜਿਹੜੀ ਆਰਗੈਨਿਕ ਮੈਟਰ ਆ ਉਹ ਜ਼ੀਰੋ ਹੈ ਮਿੱਟੀ ਦੇ ਵਿੱਚ। ਉਹ ਮੇਰੇ ਖਿਆਲ ਅਸੀਂ ਅੱਗ ਲਾ ਲਾ ਕੇ ਵੀ ਖਤਮ ਕਰਤੀ ਸੀ ਮੇਰੇ ਖਿਆਲ। ਔਰ ਉਹਦੇ ਲਈ ਵੀ ਮੈਂ ਜ਼ਿਮੀਂਦਾਰਾਂ ਨੂੰ ਘੱਟ ਜ਼ਿਮੀਂਦਾਰ ਕਹੂੰਗਾ, ਮੇਰੇ ਖਿਆਲ ਸਰਕਾਰਾਂ ਜ਼ਿੰਮੇਵਾਰ ਆ। ਜਿਹੜਾ ਅਸੀਂ ਆ ਝੋਨਾ ਕਣਕ ਦੇ ਸਾਈਕਲ 'ਚ ਵੜੇ ਹਾਂ ਔਰ ਝੋਨੇ ਦੀ ਜਿਹੜੀ ਬਿਜਾਈ ਅਸੀਂ ਲੇਟ ਕਰਾਉਂਦੇ ਹਾਂ, ਫਿਰ ਕਣਕ ਵਾਸਤੇ ਟਾਈਮ ਨਹੀਂ ਮਿਲਦਾ, ਫਿਰ ਕਿਸਾਨਾਂ ਨੂੰ ਅੱਗ ਲਾਉਣੀ ਪੈਂਦੀ ਆਪਣੀ ਪੈਲੀ ਨੂੰ ਅਗਲੀ ਫਸਲ ਕਣਕ ਬੀਜਣ ਵਾਸਤੇ। ਮਿਸਕੀ ਗੁਪਤਾ ਦਾ ਤਾਜ਼ਾ ਕਮੈਂਟ ਆਇਆ, ਉਹ ਕਹਿ ਰਹੇ ਨੇ ਉਹਨਾਂ ਦੇ ਬੇਟੇ 26 ਸਾਲਾਂ ਤੋਂ ਬਾਅਦ ਇੱਕ ਕਿਸਾਨ ਨੂੰ ਉਸਨੇ ਮੇਰੇ ਬੱਚੇ ਨੂੰ ਕਿਹਾ ਕਿ DAP ਹੋਰ ਪਾ ਦੇਵਾਂ, ਕਣਕ ਹੋਰ ਵੱਧ ਜਾਵੇਗੀ। ਨਾਲ ਹੀ ਕਿਹਾ ਤੁਹਾਡੀ ਸਿਹਤ ਖਰਾਬ ਹੋ ਜਾਵੇਗੀ, ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਹੈ। ਦੋ ਤਿੰਨ ਗੱਲਾਂ ਮਿਸਕੀ ਗੁਪਤਾ ਨੇ ਇਹਦੇ 'ਚ ਕਮੈਂਟਸ ਕੀਤੀਆਂ ਵਾ, ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਖਾਦ ਪਾ ਕੇ ਜੋ ਜ਼ਮੀਨ ਦੀ ਹਾਲਤ ਆ ਉਹਦੇ ਨਾਲ ਸਿਹਤ ਖਰਾਬ ਹੋ ਜੂਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਇਹਦੇ 'ਚ ਕਮੈਂਟ ਦੇ ਵਿੱਚ ਲਿਖੀਆਂ ਵਾ। ਵਿਲ ਟੇਕ ਦੀ ਨੈਕਸਟ ਕਾਲ। ਥੋੜ੍ਹਾ ਜਿਹਾ ਸਮਾਂ ਰਹਿ ਗਿਆ, ਇੱਕ ਜਾਂ ਦੋ ਕਾਲਸ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਜੀ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਮੈਂ ਤਾਂ ਇਹ ਕਹੂੰਗਾ, ਚਲੋ ਜਿਹੜੀ ਆਪਣੀ ਘਾਟ ਰਹਿੰਦੀ ਹੈ ਪੰਜਾਬ ਦੀ, ਖਾਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਵੀ ਉਹਦੇ 'ਚ ਸਭ ਤੋਂ ਪਹਿਲਾਂ ਮੈਂ ਕਹੂੰਗਾ ਵੀ ਥੋੜੀ ਜਿਹੀ ਸਿਲੈਕਸ਼ਨ 'ਚ ਵੀ ਜਿਹੜੀ ਸਾਡੀ ਪੋਲੀਟੀਸ਼ੀਅਨ ਹੈ ਉਹ ਇਨਵੋਲਵ ਹੈਗੀ ਆ, ਵੀ ਉਹ ਸਿਲੈਕਸ਼ਨ ਵੀ ਸਹੀ ਨਹੀਂ ਹੁੰਦੀ। ਦੂਜਾ ਨੰਬਰ ਤੇ ਮੈਂ ਕਹੂੰਗਾ ਵੀ ਜਿਹੜੀ ਟੂਰਨਾਮੈਂਟ ਕੋਈ ਮਾੜੀ ਗੱਲ ਨਹੀਂ, ਜਾਂ ਇੱਕ ਦਿਨ ਮੇਲਾ ਕਰਾ ਦਿਓ ਮਾੜੀ, ਚਲੋ ਠੀਕ ਹੈ, ਪਰ ਇਹ ਐਨਫ ਨਹੀਂ ਹੈਗੇ। ਜੇ ਤੁਸੀਂ ਪਰਫਾਰਮੈਂਸ ਚੰਗੀ ਲੈਣੀ ਹੈ ਤਾਂ ਖਿਡਾਰੀਆਂ ਤੋਂ, ਇਹਦੇ ਲਈ ਸਾਨੂੰ ਇੱਕ ਕਿਸਮ ਦਾ ਕਰੇਜ ਜਿਹਾ ਪੈਦਾ ਕਰਨਾ ਪਊਗਾ। ਮੈਂ ਤਾਂ ਇਹੀ ਕਹੂੰਗਾ ਵੀ ਐਲੀਮੈਂਟਰੀ ਸਕੂਲ ਤੋਂ ਵੀ ਲੈ ਕੇ ਜਿਹੜੇ ਵੀ ਬੱਚੇ, ਜੇ ਹੁਨਰ ਹੁੰਦਾ, ਹਰ ਇੱਕ ਬੱਚੇ 'ਚ ਟੈਲੈਂਟ ਹੁੰਦਾ ਹੈ, ਕੋਈ ਨਾ ਕੋਈ ਕਿਸੇ ਟੈਲੈਂਟ ਦਾ, ਜਿਹੜਾ ਟੈਲੈਂਟ 'ਚ ਉਹਦਾ ਖੇਡ ਵਾਲਾ, ਤਾਂ ਉਧਰ ਨੂੰ ਇਨਵੋਲਵ ਕਰਕੇ ਹਰ ਇੱਕ ਜਿਹੜਾ ਸਪੋਰਟਸ ਆ ਉਹਨੂੰ ਡਿਵੀਜ਼ਨ ਆਪਣੇ ਮੌਸਮ ਵਾਈਜ਼ ਬਦਲ ਲੈਣ। ਜਿਵੇਂ ਤੁਸੀਂ ਕੁਆਟਰਲੀ ਕਹਿ ਲਓ, ਜਾਂ ਤੁਸੀਂ ਜਿਵੇਂ ਮਰਜ਼ੀ ਨਾਂ ਦੇ ਲਓ, ਕਿਹੜੇ ਮਹੀਨੇ ਚੁਣ ਲਓ, ਇੱਕ ਜਿਹੜੀ ਗੇਮ ਹੈ ਕੋਈ ਵੀ ਸਕੂਲਾਂ 'ਚ, ਉਹਦੇ 'ਚ ਚੰਗੇ ਕੋਚ ਦੇ ਕੇ ਸਮੇਂ ਮੁਤਾਬਕ ਤੇ ਚੰਗੇ ਉਹਨਾਂ ਦੇ ਵਰਕਆਊਟ ਦੇ ਪ੍ਰਬੰਧ ਕਰਕੇ ਤੇ ਖਾਸ ਕਰਕੇ ਡਾਇਟ ਦਾ, ਜਿੰਨਾ ਚਿਰ ਇੱਥੋਂ ਨਹੀਂ ਹੁੰਦੇ ਜ਼ੋਨ ਪੱਧਰ ਤੋਰੋ ਸੰਧੂ ਸਾਹਿਬ, ਜ਼ੋਨ ਪੱਧਰ ਤੋਂ ਤੋੜ ਕੇ ਜ਼ਿਲ੍ਹਿਆਂ ਤੱਕ ਲਿਜਾਓ, ਫਿਰ ਸਟੇਟ ਤੱਕ ਜਿਹੜਾ ਕਰੀਮ 'ਚ ਜਾਂਦਾ ਉਹਨੂੰ ਲਿਜਾਓ। ਉਹ ਹੈ ਤੇ ਇਦਾਂ ਹੀ ਆ ਜੀ ਸ਼ੇਰ ਸਿੰਘ ਜੀ, ਟੂਰਨਾਮੈਂਟ ਹੁੰਦੇ ਤੇ ਇਦਾਂ ਹੀ ਆ, ਪਰ ਇਹ ਟੂਰਨਾਮੈਂਟ ਨੂੰ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਜਾਂਦਾ, ਉਹਨਾਂ ਨੂੰ ਪ੍ਰੋਪਰ ਸਿਸਟਮ ਦੇ ਨਾਲ ਨਹੀਂ ਕੀਤਾ ਜਾਂਦਾ। ਹੁਣ ਜੇ ਖੇਲੋ ਇੰਡੀਆ ਵਾਸਤੇ ਟੀਮ ਜਾਣੀ ਸੀ, ਟੀਮ ਸਿਲੈਕਟ ਹੋਣੀ ਚਾਹੀਦੀ ਸੀ, ਉਹਦਾ ਕੈਂਪ ਲੱਗਣਾ ਚਾਹੀਦਾ ਸੀ, ਨਾਲ ਜ਼ਿੰਮੇਵਾਰ ਅਫਸਰ ਜਾਣੇ ਚਾਹੀਦੇ ਸੀ, ਖੇਡ ਮੰਤਰੀ ਨੂੰ ਉੱਥੇ ਜਾ ਕੇ ਇੱਕ ਵਾਰੀ ਵਿਜ਼ਿਟ ਕਰਨਾ ਚਾਹੀਦਾ ਸੀ, ਉੱਥੋਂ ਸਿੱਖ ਕੇ ਆਉਂਦੇ, ਇੱਕ ਨਾਲ ਟੀਮ ਭੇਜਣੀ ਚਾਹੀਦੀ ਸੀ ਜਿਹੜੀ ਉੱਥੋਂ ਆਉਂਦੀ ਜੀ ਵੀ ਵਾਪਸ ਆ ਕੇ ਰਿਪੋਰਟ ਦਿਓ ਕਿ ਬਾਕੀ ਸਟੇਟਾਂ ਕੀ ਕਰਦੀਆਂ ਖੇਡਾਂ ਵਾਸਤੇ, ਅਸੀਂ ਕੀ ਕਰੀਏ। ਸੋ ਇੱਕ ਸਿਸਟਮ ਦੇ ਤਹਿਤ ਚੱਲਣ ਦੀ ਲੋੜ ਆ ਸ਼ੇਰ ਸਿੰਘ ਜੀ। ਹਾਂਜੀ, ਪਰ ਸੰਧੂ ਸਾਹਿਬ ਆਪਣਾ ਖੇਡ ਮੰਤਰੀ ਕੌਣ ਹੈ ਹੁਣ? ਕਿ ਮੇਰੇ ਖਿਆਲ ਮੀਤ ਹੇਰ ਹੈਗੇ ਆ। ਮੀਤ ਹੇਰ ਪੜ੍ਹੇ ਲਿਖੇ ਆ ਲੱਗਦੇ, ਮੇਰਾ ਖਿਆਲ ਨਹੀਂ, ਪੜ੍ਹਿਆਂ ਲਿਖਿਆਂ ਦੀ ਨਹੀਂ ਗੱਲ ਹੁੰਦੀ, ਪੜ੍ਹੇ ਲਿਖਿਆਂ ਦੀ ਨਹੀਂ ਗੱਲ ਹੁੰਦੀ ਜੀ। ਬੰਦੇ ਨੂੰ ਖੇਡਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਨਾ, ਔਰ ਜਾਣਕਾਰੀ ਸਿਰਫ ਜਾਣਕਾਰੀ ਇਹ ਨਹੀਂ ਵੀ ਮੈਂ ਆ ਖੇਡਿਆ ਜਾਂ ਉਹ ਖੇਡਿਆ ਵਾਂ, ਜਾਣਕਾਰੀ ਆਫ ਏ ਸਪੈਸੀਫਿਕ ਨੇਚਰ। ਆਫਟਰ ਆਲ ਮੇਰੇ ਔਰ ਪ੍ਰਗਟ ਸਿੰਘ 'ਚ ਡੈਫੀਨੇਟਲੀ ਫਰਕ ਹੋਊਗਾ ਨਾ, ਜੋ ਉਹਨਾਂ ਨੂੰ ਪਤਾ ਮੈਨੂੰ ਤਾਂ ਨਹੀਂ ਨਾ ਪਤਾ, ਔਰ ਮੈਂ ਵੀ ਮਾੜਾ ਮੋਟਾ ਖਿਡਾਰੀ ਰਿਹਾ, ਜੋ ਮੈਨੂੰ ਪਤਾ ਵਾ ਉਹ ਹੋਰ ਕਿਸੇ ਨੇ ਜਿਹਨੇ ਸਿਰਫ ਮਾੜੀ ਮੋਟੀ ਸਕੂਲ ਲੈਵਲ 'ਤੇ ਗੇਮ ਖੇਡੀ ਆ ਉਹਦੇ ਨਾਲ ਤਾਂ ਮੈਨੂੰ ਜ਼ਿਆਦਾ ਪਤਾ ਹੋਊ ਨਾ। ਸੋ ਇਸ ਕਰਕੇ ਉਸ ਤਰ੍ਹਾਂ ਦੀ ਸ਼ਾਇਦ ਜਾਣਕਾਰੀ ਉਹਨਾਂ ਨੂੰ ਨਹੀਂ ਜਿਹੋ ਜਿਹੀ ਹੋਣੀ ਚਾਹੀਦੀ ਸੀਗੀ। ਥੈਂਕ ਯੂ ਸ਼ੇਰ ਸਿੰਘ ਜੀ, ਤੁਸੀਂ ਜੁੜੇ, ਬਹੁਤ ਚੰਗਾ ਲੱਗਾ। ਲਾਸਟ ਵੀ ਕਾਲ ਨਹੀਂ ਲੈ ਸਕਣੀ, ਮੇਰੇ ਖਿਆਲ ਸਮਾਂ ਖਤਮ ਹੋ ਗਿਆ ਵਾ। ਕੁਝ ਕਾਲਰ ਸਾਡੇ ਨਾਲ ਹੋਲਡ ਕਰ ਰਹੇ ਨੇ, ਉਹਨਾਂ ਤੋਂ ਮੈਂ ਮਾਫੀ ਮੰਗੂੰਗਾ ਕਿਉਂਕਿ ਸਮਾਂ ਖਤਮ ਹੋਣ 'ਤੇ ਹਰ ਪ੍ਰੋਗਰਾਮ ਜਿਹੜਾ ਵਾ ਸਮਾਂ ਬੰਦ ਹੁੰਦਾ ਵਾ। ਸੋ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ, ਕੱਲ ਫਿਰ ਮਿਲਾਂਗੇ ਕਿਸੇ ਨਾ ਕਿਸੇ ਇੰਪੋਰਟੈਂਟ ਮਸਲੇ ਨੂੰ ਲੈ ਕੇ। ਸੋ ਹੁਣ ਦਿਓ ਮੈਨੂੰ ਜਾਣ ਦੀ ਆਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।